ਇਹੋ ਜਿਹੇ ਕੰਮ ਜੇ ਤੁਹਾਨੂੰ ਲੱਗਦਾ ਕਿ ਹਾਂ ਮੈਂ ਬਹੁਤ ਵਧੀਆ ਕਰ ਲਏ ਕਿ ਮੈਂ ਆਪਣੇ ਪਿੱਠ ਤੇ ਆਪਣੇ ਆਪ ਨੂੰ ਸ਼ਾਬਾਸ਼ੀ ਦੇ ਰਿਹਾ? ਮੈਂ ਨਹੀਂ ਕਹਿੰਦਾ ਕਿ ਰਾਤੋਂ ਰਾਤ ਕੁਝ ਹੋ ਜਾਣਾ, ਪਰ ਬੜਾ ਕੁਝ ਜਿਹੜਾ ਹੋ ਰਿਹਾ, ਸੁਧਾਰ ਹੋ ਰਿਹਾ। ਇੱਥੇ ਜਿਹੜੀ ਇਹਨੂੰ ਕਹਿੰਦੇ ਦੁਸ਼ਮਣੀ ਦੀ ਸਿਆਸਤ ਬਹੁਤ ਜ਼ਿਆਦਾ ਨਹੀਂ ਹੋ ਰਹੀ? ਅਸੀਂ ਕੋਈ ਰੋਜ਼ ਵਿਲੀਅਨਸ ਨੂੰ ਅਸੀਂ ਥੋੜੀ ਕਹਿਣੇ ਆ ਵੀ ਭਾਈ ਇਹਨੂੰ ਪੜੋ ਇਹਨੂੰ ਪੜੋ। ਇਹੋ ਅਲਫਾਜ਼ ਭਾਜਪਾ ਵਾਲੇ ਬੋਲਦੇ, ਅਸੀਂ ਕਿਹੜਾ ਸੀਬੀਆਈ ਨੂੰ ਬੋਲਿਆ ਹੈਗਾ। ਮੈਂ ਉਹ ਕਹਿੰਦੀ ਹਾਂ, ਅਰਵਿੰਦ ਕੇਜਰੀਵਾਲ ਵਾਲੇ ਕਹਿ ਸਕਦੇ ਹਾਂ ਕਿ ਦੁਸ਼ਮਣੀ ਦੀ ਸਿਆਸਤ ਨਹੀਂ ਕਰਦੇ, ਪਰ ਪੰਜਾਬ ਦੀ ਪੋਲਿਟਿਕਸ ਬਾਰੇ ਅੱਜ ਉਹ ਨਹੀਂ ਕਿਹਾ ਜਾ ਸਕਦਾ। ਇੱਕ ਤੁਹਾਡੇ ਵਾਸਤੇ ਬੜੀ ਵੱਡੀ ਚੁਣੌਤੀ ਸੀ ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ। ਇੱਕ ਪੰਜਾਬ ਯੂਨੀਵਰਸਿਟੀ ਦਾ ਹੱਲ ਨਿਕਲ ਪਾਇਆ ਹੈਗਾ। ਨੌਕਰੀਆਂ ਬਾਰੇ ਲੋਕ ਪੁੱਛਦੇ ਆ, ਗੁਲਾਬ ਪੁੱਟਲ ਜੀ ਪੁੱਛੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਦੀ ਸੈਲਰੀ ਬਹੁਤ ਘੱਟ ਹੈ ਜੀ, ਉਹਨਾਂ ਦਾ ਵੀ ਕੁਛ ਕਰੋ। ਵੀ 40 ਕੀ ਆਪਾਂ 100% ਸ਼ੇਅਰ ਦੇਣ ਨੂੰ ਤਿਆਰ ਹਾਂ, ਇਹ ਕੋਈ ਪੈਸੇ ਦਾ ਮੁੱਦਾ ਨਹੀਂ ਹੈ, ਪਰ ਯੂਨੀਵਰਸਿਟੀ ਤੇ ਪੰਜਾਬੀਆਂ ਦਾ ਹੱਕ ਹੈ। ਪੰਜਾਬ ਦੇ ਪਿੰਡ ਉਜਾੜ ਕੇ ਬਣਾਈ ਗਈ ਹੈ ਤੇ ਪੰਜਾਬੀਆਂ ਦੇ ਕੋਲ ਹੀ ਰਹਿਣੀ ਚਾਹੀਦੀ ਹੈ। ਨਸ਼ੇ ਤੇ ਦੀਪਕ ਕੁਮਾਰ ਨੇ ਪੁੱਛਿਆ, ਜੋ ਜ਼ਹਿਰ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ, ਉਹ ਨਸ਼ਾ ਪੰਜਾਬ ਵਿੱਚ ਕਿਉਂ ਨਹੀਂ ਬੰਦ ਹੋ ਰਿਹਾ? ਇਹ ਹੁਣ ਫੀਲ ਹੋ ਰਿਹਾ ਹੈ ਕਿ ਜਿਹੜੀ ਸਰਕਾਰ ਹੈ ਉਹ ਦੁਸ਼ਮਣੀ ਦੀ ਸਿਆਸਤ ਕਰ ਰਹੀ ਹੈ। ਨਹੀਂ, ਇਹਦੇ 'ਚ ਜਿਹਦੇ ਕੋਲੇ 50 ਲੱਖ ਰੁਪਇਆ ਕੈਸ਼ ਫੜੇਗਾ, ਕਾਹਦੀ ਦੁਸ਼ਮਣੀ ਹੈ? ਕੋਈ ਮੋਦੀ ਜੀ ਦੇ ਬਰਾਬਰ ਸਾਡੇ ਕੋਲੇ ਪਿੱਛੇ ਇੰਡਸਟਰੀ ਥੋੜੀ ਖੜੇ ਆ, ਕੋਈ ਮੋਦੀ ਜੀ ਬਰਾਬਰ ਸਾਡੇ ਕੋਲੇ ਪੈਸਾ ਥੋੜੀ ਹੈ, ਜਾਂ ਉਹਨਾਂ ਵਾਂਗੂ ਸਾਰੇ ਸੂਬਿਆਂ ਦੇ ਵਿੱਚ ਸਰਕਾਰ ਥੋੜੀ ਹੈ ਵੀ ਅਸੀਂ ਉੱਥੇ ਬਹੁਤ ਮੰਤਰੀ ਵਿਧਾਇਕ ਜਾ ਕੇ ਪ੍ਰਚਾਰ ਕਰ ਰਹੇ ਹਾਂ। 2001 ਤੱਕ ਪੰਜਾਬ ਸੂਬਾ ਨੰਬਰ 1 ਰਿਹਾ ਖੇਡਾਂ ਦੇ ਵਿੱਚ, ਪਰ ਜਦੋਂ ਪਿਛਲੇ ਸਮੇਂ 'ਚ ਜਿਹੜੇ ਕੋਈ ਖੇਡਾਂ 'ਚੋਂ ਮੈਡਲ ਲੈ ਕੇ ਆਉਂਦੇ ਸੀ, ਜੇ ਤਾਂ ਵੋਟਾਂ ਵੇਲੇ ਲੈ ਆਉਂਦੇ ਸੀ ਤਾਂ ਉਹਨੂੰ ਨੌਕਰੀ ਮਿਲ ਜਾਂਦੀ ਸੀ, ਕੈਸ਼ ਫੜੇ ਮਿਲ ਜਾਂਦਾ ਸੀ। ਜੇ ਕਦੇ ਇਲੈਕਸ਼ਨ ਨੀਅਰ ਨਹੀਂ ਹੁੰਦਾ ਸੀ ਤਾਂ ਕੋਈ ਉਹਨਾਂ ਨੂੰ ਪੁੱਛਦਾ ਹੀ ਨਹੀਂ ਸੀ, ਜਿਹਦੇ ਕਰਕੇ ਉਹ ਪੁੱਠੇ ਪਾਸੇ ਵੀ ਜਾਂਦੇ ਸੀ। ਜਦੋਂ ਨੌਕਰੀ ਨਹੀਂ ਸੀ ਮਿਲਦੀ, ਉਹ ਨਸ਼ੇ ਵਾਲੇ ਪਾਸੇ ਵੀ ਜਾਂਦੇ ਸੀ ਤੇ ਗੈਂਗਵਾਰ ਵਾਲੇ ਪਾਸੇ ਵੀ ਜਾਂਦੇ ਸੀ। ਇੱਕ ਬੰਦਾ ਲੱਖਾਂ ਬੱਚਿਆਂ ਦਾ ਭਵਿੱਖ ਬਰਬਾਦ ਕਰ ਗਿਆ। ਇਹ ਕੋਈ ਮੇਰੇ ਕਹਿਣ ਦੀ ਗੱਲ ਹੈ, ਜਿਹੜੀ ਪਬਲਿਕ ਡੋਮੇਨ 'ਚ ਹੈ ਗੱਲ, ਜਿਹੜੀ ਬੱਚਾ ਜਾਣਦਾ ਤੇ ਉਹਨਾਂ ਤੇ ਅਸੀਂ ਕਾਰਵਾਈ ਜਿਹੜੀ ਕਰ ਰਹੇ ਹਾਂ। ਤੇ ਆਸ਼ੂ ਜੀ ਕੀ ਕੁਛ ਕਰਦੇ ਰਹੇ ਆ, ਕਿਹਨੂੰ ਨਹੀਂ ਪਤਾ। ਤੁਹਾਡੀ ਬੜੀ ਤਕਲੀਫ ਸਾਨੂੰ ਸੁਣਨ ਨੂੰ ਮਿਲਦੀ ਹੈ ਕਿ ਤੁਹਾਡਾ ਵਿਆਹ ਨਹੀਂ ਹੋ ਰਿਹਾ। ਵਿਆਹ ਕਿਉਂ ਨਹੀਂ ਹੋ ਰਿਹਾ? 7 ਮਹੀਨਿਆਂ ਵਿੱਚ ਤੁਸੀਂ ਇਹ ਕਿਉਂ ਨਹੀਂ ਕਰ ਪਾਏ? ਅਸੀਂ ਸਖਤੀ ਵੀ ਕਰ ਰਹੇ ਹਾਂ, ਕਦੇ ਅਸੀਂ ਗੁਜਰਾਤ ਤੋਂ ਜਾ ਕੇ ਫੜ ਰਹੇ ਹਾਂ, ਬਾਰਡਰ ਤੇ ਰੋਜ਼ ਫੜਿਆ ਜਾਂਦਾ, ਪਰ ਮੈਨੂੰ ਲੱਗਦਾ ਕਿ ਸਖਤੀ ਇਕੱਲਾ ਹੱਲ ਨਹੀਂ। ਤੁਹਾਨੂੰ ਨਾ ਨੀਚੋਂ ਡਿਮਾਂਡ ਖਤਮ ਕਰਨੀ ਪਊ। ਪੱਕੇ ਕਰਨ ਵਾਲਾ ਨਹੀਂ, ਆਮ ਤੌਰ ਤੇ ਰਿਵਾਜ ਬਣ ਗਿਆ ਨੌਕਰੀਆਂ ਕੱਢਣੀਆਂ ਹੋਣ, ਕੱਚੇ ਮੁਲਾਜ਼ਮਾਂ ਨੂੰ ਕੋਈ ਲਾਰਾ ਲਾਉਣਾ ਹੋਵੇ ਜਾਂ ਕੋਈ ਹੋਰ ਵੱਡੀ ਗੱਲ ਦੀ ਅਨਾਉਂਸਮੈਂਟ ਕਰਨੀ ਹੋਵੇ। ਤੁਸੀਂ 9000 ਨੌਕਰੀਆਂ ਕਰ ਚੁੱਕੇ ਹੋ। ਇਲੈਕਸ਼ਨ ਈਅਰ 'ਚ ਅਨਾਉਂਸ ਕਰਦੇ ਆ ਤੇ ਸਾਡੀ ਸਰਕਾਰ ਬਣੀ, ਸੀਐਮ ਸਾਹਿਬ ਨੇ ਬਨਸਾਰ 3 ਮੈਂਬਰਾਂ ਦੀ ਕਮੇਟੀ ਬਣਾਈ। ਮੈਂ ਉਹ ਕਮੇਟੀ ਦਾ ਮੈਂਬਰ ਰਿਹਾ, ਹਰਜੋਤ ਬੈਂਸ ਜੀ, ਹਰਪਾਲ ਚੀਮਾ ਜੀ, ਤੇ ਅਸੀਂ ਮੈਨੂੰ ਲੱਗਦਾ ਕੋਈ ਪੰਜਾਬ ਦੀ ਯੂਨੀਅਨ ਜਿਹੜੀ ਆ ਉਹ ਛੱਡੀ ਨਹੀਂ ਹੋਣੀ ਸੀ, ਸਾਰਿਆਂ ਨਾਲ ਮੀਟਿੰਗਸ ਕੀਤੀਆਂ। 70 ਸਾਲਾਂ ਵਿੱਚ ਉਹ ਨਹੀਂ ਹੋਇਆ ਜੋ ਅਸੀਂ 7 ਮਹੀਨਿਆਂ ਵਿੱਚ ਕਰਤਾ। ਇਹ ਆਪ ਸਰਕਾਰ ਦਾ ਦਾਵਾ ਹੈ। ਇਹ ਦਾਵਾ ਆਪਣੇ ਆਪ ਵਿੱਚ ਉਹਨਾਂ ਨੂੰ 100 ਤੋਂ ਵੱਧ ਨੰਬਰ ਦਿੰਦਾ ਹੈ, ਪਰ ਕੀ ਇਹ ਦਾਵਾ ਤੁਸੀਂ ਇਸ 'ਤੇ ਯਕੀਨ ਕਰਦੇ ਹੋ? ਅਸੀਂ ਇਸ ਮੁੱਦੇ ਤੇ ਚਰਚਾਵਾਂ ਵੱਖ-ਵੱਖ ਮੰਤਰੀਆਂ ਨਾਲ ਕਰਾਂਗੇ, ਉਹਨਾਂ ਦੇ ਮੰਤਰਾਲਿਆਂ ਬਾਰੇ ਗਹਿਰੀ ਜਾਂਚ ਕਰਕੇ ਤੁਹਾਡੇ ਸਵਾਲ ਵੀ ਅਸੀਂ ਲਏ ਉਹ ਵੀ ਪੁੱਛਾਂਗੇ। ਤੇ ਅੱਜ ਅਸੀਂ ਸ਼ੁਰੂ ਕਰਦੇ ਹਾਂ ਮੀਤ ਹੇਰ ਜੀ ਨਾਲ। ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਧੰਨਵਾਦ ਨਿਮਰਤ ਜੀ, ਤੇ ਰੋਜ਼ਾਨਾ ਸਪੋਕਸਮੈਨ ਦੇ ਜਿਹੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਮਹਿਕਮੇ ਨਹੀਂ ਬੋਲੇ, ਕਾਫੀ ਸਾਰੇ ਮਹਿਕਮੇ ਨੇ ਤੇ ਮੈਂ ਉਹ ਨਹੀਂ ਬੋਲਦੀ। ਤਾਂ ਪਹਿਲਾਂ ਆਪਣੇ ਸਵਾਲ ਪੁੱਛਾਂ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਦੀ ਹਾਂ। ਤੁਸੀਂ ਆਂਕੜੇ ਤੋਂ 100 ਤੋਂ ਵੱਧ ਹੀ ਦੇਤੇ ਮੇਰੇ ਖਿਆਲ ਆਪਣੇ ਆਪ ਨੂੰ, ਪਰ ਕੀ ਇਹੋ ਜਿਹੇ ਕੰਮ ਜੇ ਤੁਹਾਨੂੰ ਲੱਗਦਾ ਕਿ ਹਾਂ ਮੈਂ ਬਹੁਤ ਵਧੀਆ ਕਰ ਲਏ ਕਿ ਮੈਂ ਆਪਣੇ ਪਿੱਠ ਤੇ ਆਪਣੇ ਆਪ ਨੂੰ ਸ਼ਾਬਾਸ਼ੀ ਦੇ ਰਿਹਾ? ਦੇਖੋ, ਜੇ ਮੈਂ ਤਕਰੀਬਨ 7 ਮਹੀਨੇ ਜਿਹੜੇ ਆ ਉਹ ਹੋਏ ਆ ਤੇ ਅਸੀਂ ਆਪਣਾ ਰਿਪੋਰਟ ਕਾਰਡ ਜਿਹੜਾ ਪੇਸ਼ ਕੀਤਾ। ਵੱਡੀ ਅਚੀਵਮੈਂਟ ਮੈਨੂੰ ਲੱਗਦਾ ਵੀ ਸਾਡੀ ਇਹੀ ਹੈ ਕਿ ਦੂਸਰੀਆਂ ਸਰਕਾਰਾਂ ਦਾ ਹਜੇ ਹਨੀਮੂਨ ਪੀਰੀਅਡ ਜਿਹੜਾ ਉਹ ਪੂਰਾ ਨਹੀਂ ਸੀ ਹੁੰਦਾ। ਕੈਪਟਨ ਅਮਰਿੰਦਰ ਸਿੰਘ ਮੈਨੂੰ ਲੱਗਦਾ ਵੀ ਪਹਿਲੇ 7 ਮਹੀਨਿਆਂ 'ਚ ਇੱਕ ਵਾਰ ਵੀ ਪੰਜਾਬ ਦੇ ਵਿੱਚ ਉਹਨਾਂ ਨੇ ਵਿਜ਼ਿਟ ਨਹੀਂ ਸੀ ਕੀਤਾ। ਇੱਥੇ ਚੰਡੀਗੜ੍ਹ ਜਾਂ ਇੱਥੇ ਬੈਠੇ ਰਹੇ ਜਾਂ ਆਪਣੇ ਫਾਰਮ ਹਾਊਸ 'ਤੇ ਬੈਠੇ ਰਹੇ। ਤੇ ਸਾਡੇ ਜਿਹੜੇ ਮਾਨਯੋਗ ਸੀਐਮ ਸਾਹਿਬ ਨੇ, ਤੁਸੀਂ ਲਗਾਤਾਰ ਦੇਖੋ ਕਿ ਰੋਜ਼ ਮੈਨੂੰ ਲੱਗਦਾ ਉਹਨਾਂ ਦੀ ਕੋਈ ਫੀਲਡ ਐਕਟੀਵਿਟੀ ਹੁੰਦੀ ਹੈ। ਫੀਲਡ ਨਹੀਂ ਤਾਂ ਇੱਥੇ ਰੋਜ਼ ਮੈਨੂੰ ਲੱਗਦਾ ਡੇਲੀ 5-7 ਡਿਪਾਰਟਮੈਂਟਸ ਦੀ ਮੀਟਿੰਗ ਉਹ ਲੈਂਦੇ ਆ। ਤੇ ਆਈ ਜਿੰਨੇ ਸਾਡੇ ਮੰਤਰੀ ਸਾਹਿਬਾਨ ਨੇ, ਮੇਰੇ ਕੋਲੇ 5 ਡਿਪਾਰਟਮੈਂਟ ਨੇ, ਤੇ ਮੈਨੂੰ ਲੱਗਦਾ ਹਰ ਹਫ਼ਤੇ 3 ਤੋਂ 4 ਡਿਪਾਰਟਮੈਂਟਸ ਦੀ ਮੀਟਿੰਗ ਜਿਹੜੀ ਹੈ ਅਸੀਂ ਕੰਟੀਨਿਊਸਲੀ ਜਿਹੜੀਆਂ ਉਹ ਲੈਂਦੇ ਹਾਂ, ਤੇ ਉਹਦੇ ਵਿੱਚ ਕੀ ਰਿਫਾਰਮਸ ਲੈ ਕੇ ਆ ਸਕਦੇ ਹਾਂ, ਕੀ ਅੱਛਾ ਕਰ ਸਕਦੇ ਹਾਂ, ਤੇ ਲਗਾਤਾਰ ਲੈ ਰਹੇ ਹਾਂ। ਤੁਸੀਂ ਦੇਖੋ, ਬੋਰਡ ਤਾਂ ਪਿਛਲੀ ਸਰਕਾਰ ਨੇ ਵੀ ਲਾਤੇ ਕਿ ਜੀ 36000 ਮੁਲਾਜ਼ਮ ਜਿਹੜੇ ਆ ਉਹ ਪੱਕੇ, ਤੇ ਹਜੇ ਤੱਕ ਵੀ ਮੈਨੂੰ ਲੱਗਦਾ ਵੀ ਕਈ ਕੰਧਾਂ ਤੇ ਲੱਗੇ ਪਏ ਹੋਣਗੇ, ਕਿਉਂਕਿ ਸਿਰ ਤੇ ਇਲੈਕਸ਼ਨ ਸੀ। ਇਹ ਆਮ ਤੌਰ ਤੇ ਰਿਵਾਜ ਆ, 2016 'ਚ ਵੀ ਲਾਏ ਗਏ। ਆਈ ਵਾਰੀ ਕੋਈ ਵੀ ਮਤਲਬ ਕਿ ਇਹ ਇਕੱਲੀ ਪੱਕੇ ਕਰਨ ਵਾਲਾ ਨਹੀਂ, ਆਮ ਤੌਰ ਤੇ ਰਿਵਾਜ ਬਣ ਗਿਆ ਨੌਕਰੀਆਂ ਕੱਢਣੀਆਂ ਹੋਣ, ਕੱਚੇ ਮੁਲਾਜ਼ਮਾਂ ਨੂੰ ਕੋਈ ਲਾਰਾ ਲਾਉਣਾ ਹੋਵੇ ਜਾਂ ਕੋਈ ਹੋਰ ਵੱਡੀ ਗੱਲ ਦੀ ਅਨਾਉਂਸਮੈਂਟ ਕਰਨੀ ਹੋਵੇ। ਤੁਸੀਂ 9000 ਨੌਕਰੀਆਂ ਕਰ ਚੁੱਕੇ ਹੋ। ਇਲੈਕਸ਼ਨ ਈਅਰ 'ਚ ਅਨਾਉਂਸ ਕਰਦੇ ਆ ਤੇ ਸਾਡੀ ਸਰਕਾਰ ਬਣੀ,
ਸੀਐਮ ਸਾਹਿਬ ਨੇ ਬੰਨਸਾਰ 3 ਮੈਂਬਰਾਂ ਦੀ ਕਮੇਟੀ ਬਣਾਈ, ਮੈਂ ਉਹ ਕਮੇਟੀ ਦਾ ਮੈਂਬਰ ਰਿਹਾ, ਹਰਜੋਤ ਬੈਂਸ ਜੀ, ਹਰਪਾਲ ਚੀਮਾ ਜੀ, ਤੇ ਅਸੀਂ ਮੈਨੂੰ ਲੱਗਦਾ ਕੋਈ ਪੰਜਾਬ ਦੀ ਯੂਨੀਅਨ ਜਿਹੜੀ ਆ ਉਹ ਛੱਡੀ ਨਹੀਂ ਹੋਣੀ ਸੀ, ਸਾਰਿਆਂ ਨਾਲ ਮੀਟਿੰਗਸ ਕੀਤੀਆਂ ਅਸੀਂ ਲੀਗਲ ਰਾਏ ਲਈ ਵੀ ਕੱਲ ਨੂੰ ਕੋਈ ਐਵੇਂ ਅਸੀਂ ਕੋਈ ਇਦਾਂ ਦੀ ਗੱਲ ਹੋ ਜੇ ਭਾਈ ਕੱਲ ਨੂੰ ਕੋਰਟ 'ਚ ਸਟੇ ਹੋ ਜੇ, ਕਿਉਂਕਿ ਸਾਡੇ ਕਿਹੜਾ ਕੋਈ ਸਿਰ ਤੇ ਵੋਟਾਂ ਸੀ ਵੀ ਕੋਈ ਡਰਾਮੇਬਾਜ਼ੀ ਕਰਨੀ ਸੀ। ਅਸੀਂ ਜਿਹੜੀ ਪਾਲਿਸੀ ਹੈ ਉਹ ਲੈ ਕੇ ਆਂਦੀ, ਤੇ ਜਿਹੜੇ ਮੈਂ ਬੜੇ ਉਹਨਾਂ ਟੀਚਰਸ ਨੂੰ ਮਿਲਿਆ, ਕਿਉਂਕਿ ਮੈਂ ਸਕੂਲ ਦੇ ਵਿੱਚ ਵਿਜ਼ਿਟ ਜਿਹੜਾ ਉਹ ਕਰਦਾ ਰਹਿਣਾ, ਮਤਲਬ ਕਿ ਜਿਹੜੇ ਟੀਚਰ ਕਹਿੰਦੇ ਸੀ ਵੀ ਸਾਨੂੰ ਵੀ ਉਮੀਦ ਨਹੀਂ ਸੀ, ਸਾਨੂੰ ਵੀ 18 ਸਾਲ 20 ਸਾਲ ਹੋ ਗਏ ਸੀ ਨੌਕਰੀ ਕਰਦਿਆਂ ਨੂੰ, ਸਾਨੂੰ ਸੀ ਵੀ ਹੁਣ ਸਾਨੂੰ ਕਿਹਨੇ ਪੱਕਾ ਕਰਨਾ, ਹਰੇਕ ਸਰਕਾਰ ਲਾਰੇ ਲਾਉਂਦੀ ਹੁੰਦੀ, ਇਹਨਾਂ ਦੇ ਬਣ ਗਏ, ਇਹਨਾਂ ਨੇ ਵੀ ਪੱਕਾ ਕਰਨਾ। ਪਰ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਕਿ ਜਿਨ੍ਹਾਂ ਨੇ 8700 ਜਿਹੜੇ ਟੀਚਰ ਹੈ ਉਹਨਾਂ ਦੀ ਆਵਾਜ਼ ਸੁਣੀ ਤੇ ਉਹਨਾਂ ਨੂੰ ਜਿਹੜਾ ਪੱਕਾ ਕੀਤਾ। 18000 ਅਸੀਂ ਨੌਕਰੀ ਜਿਹੜੀ ਆ ਹੁਣ ਤੱਕ ਦੇ ਚੁੱਕੇ ਆ। ਨਹੀਂ ਆਮ ਤੌਰ ਤੇ ਤੁਸੀਂ ਤੁਹਾਡੀ ਰਿਪੋਰਟ ਤੇ 9000 ਕਹਿੰਦੀ ਹੈ। ਹਾਂਜੀ, ਜਿਹੜੀ ਕੱਲ ਦਾ ਤੁਸੀਂ 9000 ਕਹਿੰਦੀ ਹੈ, 18000 ਤੇ ਨਹੀਂ ਕਹਿੰਦੀ। ਕਿਹੜੀ ਜਿਹੜੀ ਕੱਲ ਤੁਸੀਂ ਪੱਕੇ ਕੀਤੇ ਨਹੀਂ, ਪੱਕੇ ਵਾਲੇ ਮੈਂ ਉਹਨੇ ਕਿਹਾ 8700 ਸਮਥਿੰਗ ਹੈ, ਮੈਂ ਨਵੀਆਂ ਨੌਕਰੀਆਂ ਕਹਿਣਾ ਵੀ 18500 ਨੌਕਰੀਆਂ ਅਸੀਂ ਹੁਣ ਤੱਕ ਦੇ ਚੁੱਕੇ ਆ। ਨਹੀਂ ਕੈਪਟਨ ਅਮਰਿੰਦਰ ਸਿੰਘ ਵੀ ਮਤਲਬ ਕਿ ਕਿਉਂਕਿ ਮੈਂ ਆਪ ਬੀਟੈਕ ਆ, ਸਾਡੇ ਉੱਥੇ ਪਲੇਸਮੈਂਟ ਕੰਪਨੀਆਂ ਆਉਂਦੀਆਂ ਸੀ, ਸਾਰੇ ਕਾਲਜਾਂ ਦੀ ਡਿਊਟੀ ਲੱਗੀ ਹੋਈ ਸੀ ਵੀ ਜਿੰਨੇ ਤੁਹਾਡੇ ਕਾਲਜ 'ਚ ਕੋਈ ਕੰਪਨੀ ਪਲੇਸਮੈਂਟ ਲਈ ਆਉਂਦੀ ਹੈ ਉਦੋਂ ਬਿਨਾਂ ਵੀ ਜ਼ਿਲ੍ਹਾ ਪੱਧਰ ਤੇ ਕਰਾਉਂਦੇ ਸੀ। ਜੇ ਕੋਈ ਮੈਂ ਕਹਿਣਾ ਵੀ ਕਿਸੇ ਕਰਿਆਨੇ ਦੀ ਦੁਕਾਨ ਨਾਲ ਨੇ ਆਪਦੇ ਉੱਥੇ ਕੋਈ ਸੌਦਾ ਪੱਤਾ ਫੜਾਉਣ ਨੂੰ ਵੀ ਬੱਚਾ ਰੱਖਣਾ ਨਾ, ਉਹਨੂੰ ਵੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਵੀ ਅਸੀਂ ਇਹ ਨੌਕਰੀ ਦਿੱਤੀ। ਪਰ ਅਸੀਂ ਇਹ ਜਿਹੜੀਆਂ ਨੌਕਰੀਆਂ ਦਿੱਤੀਆਂ ਇਹ ਇਕੱਲੀਆਂ ਸਰਕਾਰੀ, ਤੇ ਇਦੋਂ ਇਲਾਵਾ ਵੀ ਕਿਉਂਕਿ ਇਹ ਪੋਸੀਬਲ ਨਹੀਂ ਕਿ ਅਸੀਂ ਸਾਰੇ ਜਿੰਨਾ ਯੂਥ ਹੈ ਉਹਨੂੰ ਸਰਕਾਰੀ ਨੌਕਰੀਆਂ ਦੇ ਦਈਏ, ਕਿਉਂਕਿ 50 ਲੱਖ ਯੂਥ ਹੋਣਾ ਬੇਰੁਜ਼ਗਾਰ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ 'ਚ ਇਨਵੈਸਟਮੈਂਟ ਆਵੇ, ਪੰਜਾਬ 'ਚ ਇੰਡਸਟਰੀ ਆਵੇ, ਪੰਜਾਬ ਦੇ ਜਿਹੜੇ ਬੱਚੇ ਆ ਉਹ ਆਪ ਕੰਮ ਸ਼ੁਰੂ ਕਰਕੇ 100 ਨੂੰ ਨਾਲ ਹੋਰ ਰੁਜ਼ਗਾਰ ਦੇਣ। ਅਸੀਂ ਉੱਦਾਂ ਦਾ ਮਾਹੌਲ ਪੰਜਾਬ 'ਚ ਪੈਦਾ ਕਰ ਰਹੇ ਹਾਂ। ਐਲਾਨ ਪਹਿਲਾਂ ਵੀ ਬੜੇ ਕੀਤੇ, ਦਾਅਵੇ ਪਹਿਲਾਂ ਵੀ ਬੜੇ ਕੀਤੇ, ਪਰ ਇਹ ਟਾਟਾ ਨੇ 2600 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਹੀ ਕੀਤੀ ਹੈ। ਇੱਥੇ ਅੰਬਾਨੀ ਵਰਗੇ ਆਉਂਦੇ ਰਹੇ, ਵੱਡੇ ਵੱਡੇ ਸਮਾਗਮ ਸੁਖਬੀਰ ਜੀ ਕਰਦੇ ਰਹੇ, ਕਿਹੜਾ ਤੇ ਇਨਵੈਸਟਮੈਂਟ ਕਰਕੇ ਗਿਆ। ਸੋ ਅੱਜ ਕਿਉਂਕਿ ਇਮਾਨਦਾਰ ਸਰਕਾਰ ਆਈ ਹੈ, ਲੋਕਾਂ ਦਾ ਵਿਸ਼ਵਾਸ ਬਣ ਰਿਹਾ, ਪੰਜਾਬ 'ਚ ਇਨਵੈਸਟਮੈਂਟ ਹੋ ਰਹੀ ਹੈ। ਮੈਂ ਨਹੀਂ ਕਹਿੰਦਾ ਕਿ ਰਾਤੋਂ ਰਾਤ ਕੁਝ ਹੋ ਜਾਣਾ, ਪਰ ਬੜਾ ਕੁਝ ਜਿਹੜਾ ਹੋ ਰਿਹਾ, ਸੁਧਾਰ ਹੋ ਰਿਹਾ, ਚੰਗੇ ਪਾਸੇ ਵੱਲ ਨੂੰ ਸਰਕਾਰ ਚੱਲੀ ਹੈ ਤੇ ਆਉਣ ਵਾਲੇ ਦਿਨਾਂ 'ਚ ਇਹਦੇ ਰਿਜ਼ਲਟ ਹੋਰ ਵਧੀਆ ਹੋਣਗੇ। ਤੁਹਾਨੂੰ ਲੱਗਦਾ ਨਹੀਂ ਤੁਸੀਂ ਆਪਣੇ ਆਪ ਦੀ ਜ਼ਿਆਦਾ ਤਾਰੀਫ ਕਰ ਜਾਂਦੇ ਹੈਗੇ ਹੋ? ਇਹ ਲੋਕਾਂ ਨੂੰ ਬੋਲਣ ਦਾ ਮੌਕਾ ਨਹੀਂ ਦੇਣਾ ਚਾਹੀਦਾ? ਨਹੀਂ ਦੇਖੋ, ਇਹ ਸਰਕਾਰ ਤੇ ਇਲਜ਼ਾਮਾਂ ਦਾ ਪ੍ਰਚਾਰ ਬੜੇ ਕਰਦੀ ਹੈ। ਸਾਡੇ ਦੇਖੋ ਬੋਲਣ ਦੇ ਨਾਲ ਕੁਝ ਨਹੀਂ ਹੋਣਾ, ਉਹ ਤਾਂ ਦੇਖੋ ਲੋਕਾਂ ਨੇ ਸ਼ਾਬਾਸ਼ ਦਾ ਲੋਕ ਵੋਟਾਂ ਦੇ ਰੂਪ 'ਚ ਜਿਹੜੀ ਆ ਉਹ ਦਿੰਦੇ ਆ। ਦਾਅਵੇ ਵਾਅਦੇ ਸਾਰਿਆਂ ਨੇ ਕਰਨੇ ਆ ਨਾ। ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਆਉਣਗੀਆਂ, ਜੋ ਅਸੀਂ ਕਰਾਂਗੇ ਉਹਦੇ ਸਾਨੂੰ ਸਿੱਟੇ ਮਿਲ ਜਾਣਗੇ। ਦਿੱਲੀ 'ਚ ਵੀ ਅਸੀਂ ਠੀਕ ਹੈ, ਸਾਡੀਆਂ ਜਿਹੜੀਆਂ ਵਿਰੋਧੀ ਧਿਰਾਂ ਸੀ ਕਹਿੰਦੀਆਂ ਰਹਿੰਦੀਆਂ ਸੀ ਵੀ ਐਵੇਂ ਕਰੀ ਜਾਂਦੇ ਆ ਜੀ, ਕੁਛ ਨਹੀਂ ਕਰ ਰਹੇ, ਕੁਛ ਨਹੀਂ ਕਰ ਰਹੇ, ਪਰ ਦਿੱਲੀ ਦੇ ਲੋਕ ਕਈ ਵਾਰੀ 90% ਸੀਟਾਂ ਜਿਤਾਉਂਦੇ ਆ। ਪਿੱਠ ਤਾਂ ਲੋਕਾਂ ਨੇ ਥਪਥਪਾਉਣੀ ਆ ਨਾ। ਹੁਣ ਜੇ ਅਸੀਂ ਚੰਗਾ ਕਰਾਂਗੇ, ਜੇ ਲੋਕਾਂ ਪ੍ਰਤੀ ਇਮਾਨਦਾਰ ਰਵਾਂਗੇ, ਵਫਾਦਾਰ ਰਵਾਂਗੇ, ਤਾਂ ਲੋਕ ਉਸ ਤਰ੍ਹਾਂ ਦਾ ਸਾਨੂੰ ਮਾਨ ਸਨਮਾਨ ਦੇ ਦੇਣਗੇ। ਨਹੀਂ ਕਰਾਂਗੇ ਤਾਂ ਲੋਕਾਂ ਨੇ ਬਖਸ਼ੇ ਦਾ ਇੱਥੇ ਬਾਦਲ ਵਰਗੇ ਨਹੀਂ, ਜਿਹੜਾ ਦਾ ਮਤਲਬ ਕਿ 5-5 ਵਾਰੀ ਸੀਐਮ ਰਹਿ ਗਏ, ਜਦੋਂ ਲੋਕ ਉਹਨਾਂ ਨੂੰ ਹਰਾ ਸਕਦੇ ਆ। ਜੇ ਨਿਮਰਤ ਜੀ ਅਸੀਂ ਉਸ ਤਰ੍ਹਾਂ ਦੇ ਕੰਮ ਕਰਾਂਗੇ, ਲੋਕਾਂ ਪ੍ਰਤੀ ਵਫਾਦਾਰ ਨਹੀਂ ਰਵਾਂਗੇ, ਇਮਾਨਦਾਰ ਨਹੀਂ ਰਵਾਂਗੇ, ਅਸੀਂ ਬੇਈਮਾਨੀਆਂ ਕਰਾਂਗੇ, ਤਾਂ ਲੋਕਾਂ ਨੇ ਸਾਨੂੰ ਵੀ ਨਹੀਂ ਬਖਸ਼ਣਾ। ਸੋ ਸਾਡੇ ਤੇ ਉਸ ਚੀਜ਼ ਦਾ ਬੋਝ ਆ, ਪ੍ਰੈਸ਼ਰ ਆ। 92 ਸੀਟਾਂ ਲੋਕਾਂ ਨੇ ਇਮਾਨਦਾਰੀ ਕਰਕੇ ਦਿੱਤੀਆਂ। ਅਸੀਂ ਕੋਈ ਦੂਜੀਆਂ ਪਾਰਟੀਆਂ ਵਾਂਗੂ ਨਾ ਤਾਂ ਸਾਡੇ ਕੋਲੇ ਕੋਈ ਸ਼ਰਾਬ ਵੰਡਣ ਨੂੰ ਸੀ, ਨਾ ਪੈਸਾ ਸੀ, ਨਾ ਹੀ ਕੋਈ ਵੱਡੇ ਬਾਹੂਬਲ ਸਾਡੇ ਨਾਲ ਲੋਕ ਸੀ। ਲੋਕਾਂ ਨੇ ਸਾਨੂੰ ਇਮਾਨਦਾਰੀ ਨਾਲ ਵਿਸ਼ਵਾਸ ਕਰਕੇ ਸਾਡੇ ਤੇ ਵੋਟਾਂ ਪਾਈਆਂ, ਤੇ ਸਾਡੇ ਤੋਂ ਉਸ ਚੀਜ਼ ਦਾ ਪ੍ਰੈਸ਼ਰ ਹੈ ਕਿ ਲੋਕਾਂ ਦੇ ਜਿਹੜੀਆਂ ਉਮੀਦਾਂ ਨੇ ਨਾ ਉਹ ਟੁੱਟਣੀਆਂ ਨਹੀਂ ਚਾਹੀਦੀਆਂ। ਜਿਵੇਂ ਤੁਸੀਂ ਕਹਿੰਦੇ ਦਿੱਲੀ ਵਿੱਚ ਹਮੇਸ਼ਾ ਜਿਤਾਉਂਦੇ ਆ, ਦਿੱਲੀ ਮਾਡਲ ਨੂੰ ਤੁਸੀਂ ਲੈ ਕੇ ਆਏ ਸੀ ਪੰਜਾਬ ਵਿੱਚ, ਬਟ ਮੈਂ ਜੋ ਤੁਹਾਡੀ ਲਫ਼ਜ਼ਾਂ ਵਿੱਚ ਥੋੜਾ ਜਿਹਾ ਕਦੀ ਕੈਪਟਨ ਅਮਰਿੰਦਰ ਤੇ ਤਾਨੇ, ਕਦੀ ਸੁਖਬੀਰ ਤੇ ਤਾਨੇ, ਉਹ ਜਿਹੜਾ ਦੁਸ਼ਮਣੀ ਦੀ ਸਿਆਸਤ ਹੈ ਉਹ ਪੰਜਾਬ 'ਚ ਖੇਡੀ ਜਾ ਰਹੀ। ਬਿਕੋਜ਼ ਅਸੀਂ ਦਿੱਲੀ ਦੇਖਿਆ, ਦਿੱਲੀ ਵਿੱਚ ਕਦੀ ਕਿਸੇ ਪੁਰਾਣੇ ਦਾ ਕੱਢ ਕੇ ਤਾਂ ਲੜਾਈ ਨਹੀਂ ਲੜੇਗੀ। ਇੱਥੇ ਜਿਹੜੀ ਇਹਨੂੰ ਕਹਿੰਦੇ ਦੁਸ਼ਮਣੀ ਦੀ ਸਿਆਸਤ ਬਹੁਤ ਜ਼ਿਆਦਾ ਨਹੀਂ ਹੋ ਰਹੀ? ਨਹੀਂ ਦੇਖੋ ਹੁਣ ਕਿਉਂਕਿ ਕੱਲ ਇੱਕ ਬੰਦਾ ਰੋ ਪਿਆ ਔਰ ਉਹਦੀ ਮਜਬੂਰੀ ਅਸੀਂ ਦੇਖਿਆ ਸ਼ਾਮ ਸੁੰਦਰ ਸਿੰਘ ਨੂੰ। ਇਹ ਮਜਬੂਰੀ ਹੈ ਵੀ 50 ਲੱਖ ਰੁਪਇਆ ਲੈ ਕੇ ਉਹ ਕਿਸੇ ਸਰਕਾਰੀ ਅਫਸਰ ਦੇ ਰਿਹਾ ਹੈ, ਪਤਾ ਹੈ ਕਿ ਹੁਣ ਸਰਕਾਰ ਨੇ ਫੜਨਾ ਹੈ ਤੇ ਇੰਨਾ ਪ੍ਰੈਸ਼ਰ ਹੈ ਤੇ ਉਹ ਬਚਣ ਲਈ ਉਹਦੇ ਕੋਲ ਪੈਸਾ ਆਇਆ ਉਹ ਦੇ ਰਿਹਾ ਹੈ। ਹਾਂ, ਕੈਸ਼ ਉਹ ਲੈ ਕੇ ਚੱਲਿਆ। ਨਹੀਂ ਮੈਨੂੰ ਦੱਸੋ, ਜੇ ਉਹ ਸਾਫ਼ ਹੈ ਉਹਨੂੰ ਡਰ ਕਾਹਦਾ? 50 ਲੱਖ ਰੁਪਇਆ ਉਹ ਕੈਸ਼ ਲੈ ਕੇ ਚੱਲਿਆ। 50 ਲੱਖ ਦੀ ਹੋਰ ਕਿਸ਼ਤ ਹੈ ਜਿਹੜੀ ਉਹ ਕਰੀ ਬੈਠਾ ਸੀ। ਤੁਸੀਂ ਦੇਖੋ ਇੱਕ ਵੀ ਰੋਣ ਨਾਲ ਕੋਈ ਬੰਦਾ ਇਮਾਨਦਾਰ ਥੋੜੀ ਨਾ ਹੋ ਜਾਂਦਾ। ਵਿਜੀਲੈਂਸ ਦਾ ਬੰਦਾ ਲੁਧਿਆਣੇ ਨੇ ਫੜਿਆ, ਲੁਧਿਆਣੇ ਵਾਲੇ ਵਿਜੀਲੈਂਸ ਨੇ ਫੜਿਆ, ਉਹ ਅਗਲੇ ਦਿਨ ਕੋਰਟ ਤੋਂ ਰਿਹਾ ਹੋ ਗਿਆ 2 ਦਿਨਾਂ ਬਾਅਦ, ਕਿਉਂਕਿ ਨਹੀਂ ਕੇਸ ਨਿਕਲ ਰਿਹਾ। ਇਹ ਹੁਣ ਫੀਲ ਹੋ ਰਿਹਾ ਹੈ ਕਿ ਜਿਹੜੀ ਸਰਕਾਰ ਹੈ ਉਹ
ਦੁਸ਼ਮਣੀ ਦੀ ਸਿਆਸਤ ਕਰ ਰਹੀ ਹੈ ਤੇ ਜਿਹੜੇ ਲੋਕ ਜਿਨ੍ਹਾਂ ਕੋਲ ਪੈਸਾ ਉਹ ਬਚਣ ਦੀ ਕੋਸ਼ਿਸ਼ ਕਰ ਰਹੇ ਆ। ਨਹੀਂ, ਇਹਦੇ ਚ ਜਿਹਦੇ ਕੋਲੇ 50 ਲੱਖ ਰੁਪਇਆ ਕੈਸ਼ ਫੜਿਆ ਗਿਆ ਕਾਹਦੀ ਦੁਸ਼ਮਣੀ ਹੈ? ਮੈਨੂੰ ਕੋਈ ਮੇਰੇ ਕਹਿਣ ਦੀ ਗੱਲ ਨਹੀਂ, ਕਿਹਨੂੰ ਨਹੀਂ ਪਤਾ ਵੀ ਸਾਧੂ ਸਿੰਘ ਧਰਮਸੋਤ ਨੇ ਕੀ ਕੁਝ ਕੀਤਾ। ਮੈਂ ਉਦੋਂ, ਕਿਉਂਕਿ ਮੈਂ ਪਿਛਲੇ 5 ਪਰ ਸਾਲ ਉਹ ਬੜੇ ਠੋਕ ਕੇ ਕਹਿੰਦੇ ਕਿ ਮੈਂ ਕੇਸ ਜਿੱਤਾਂਗਾ ਜੀ। ਮੈਂ ਪਿਛਲੇ, ਮੈਨੂੰ ਚਲੋ ਪਤਾ ਨਹੀਂ ਕੀ ਹੋਣਾ, ਮੈਂ ਪਿਛਲੇ 5 ਸਾਲ ਜਿਹੜਾ ਵਿਧਾਇਕ ਰਿਹਾ, ਹਜ਼ਾਰਾਂ ਬੱਚੇ ਤਾਂ ਮੇਰੇ ਕੋਲੇ ਆ ਕੇ ਰੋਂਦੇ ਸੀ ਵੀ ਜੀ ਅਸੀਂ ਐਡਮਿਸ਼ਨ ਲੈ ਲਈ ਕਾਲਜ ਦੇ ਵਿੱਚ, ਸਾਡਾ ਵਜ਼ੀਫਾ ਆਇਆ ਨਹੀਂ ਤੇ ਅਸੀਂ ਡਿਗਰੀ ਕਰ ਲਈ, ਹੁਣ ਕਾਲਜ ਵਾਲੇ ਸਾਨੂੰ ਸਰਟੀਫਿਕੇਟ ਨਹੀਂ ਦੇ ਰਹੇ। ਲੱਖਾਂ ਬੱਚਿਆਂ ਦੀਆਂ ਕਿਸਮਤਾਂ ਜਿਨ੍ਹਾਂ ਨੂੰ ਇਹ ਸੀ ਵੀ ਯਾਰ ਅਸੀਂ ਪੜ੍ਹ ਲਿਖ ਕੇ ਗਰੀਬ ਦਲਿਤ ਬੱਚੇ ਆਪਣੇ ਮਾਪਿਓ ਦੀ ਗਰੀਬੀ ਦੂਰ ਕਰਾਂਗੇ। ਮੇਰਾ ਮਾਪਿਓ ਦਿਹਾੜੀ ਤੇ ਜਾਂਦਾ, ਉਹਨੂੰ ਮੈਂ ਦਿਹਾੜੀ ਕਰਨ ਨੂੰ ਹਟਾਊਂਗਾ ਸਰਕਾਰੀ ਨੌਕਰੀ ਤੇ ਲੱਗ ਕੇ। ਇਹਨਾਂ ਨੇ ਸੁਪਨੇ ਚਕਨਾਚੂਰ ਕਰਤੇ। ਇੱਕ ਬੰਦਾ ਲੱਖਾਂ ਬੱਚਿਆਂ ਦਾ ਭਵਿੱਖ ਬਰਬਾਦ ਕਰ ਗਿਆ। ਇਹ ਕੋਈ ਮੇਰੇ ਕਹਿਣ ਦੀ ਗੱਲ ਹੈ, ਜਿਹੜੀ ਪਬਲਿਕ ਡੋਮੇਨ 'ਚ ਹੈ ਗੱਲ, ਜਿਹੜੀ ਬੱਚਾ ਜਾਣਦਾ ਹੈ, ਤੇ ਉਹਨਾਂ ਤੇ ਅਸੀਂ ਕਾਰਵਾਈ ਜਿਹੜੀ ਕਰ ਰਹੇ ਹਾਂ। ਤੇ ਆਸ਼ੂ ਜੀ ਕੀ ਕੁਛ ਕਰਦੇ ਰਹੇ ਆ ਕਿਹਨੂੰ ਨਹੀਂ ਪਤਾ। ਆਹ ਸਾਨੂੰ ਤਾਂ ਇਕੱਲੀ ਸਕਾਲਰਸ਼ਿਪ ਵਾਲਾ ਪਤਾ ਸੀ, ਆ ਦੂਜਾ ਤਾਂ ਸਾਨੂੰ ਕਿਸੇ ਅਫਸਰ ਦੇ ਮਤਲਬ ਕਿ ਪਬਲਿਕ ਡੋਮੇਨ 'ਚ ਹੈ ਹੀ ਨਹੀਂ ਸੀ ਗੱਲ ਜਿਹੜੀ ਪਤਾ ਲੱਗੀ ਆ, ਜਿਹੜੀ ਵੀ ਦਰਖਤ ਵੀ ਜਿਹੜੇ 500 ਦੇ ਹਿਸਾਬ ਨਾਲ ਖਾਂਦੇ ਰਹੇ ਆ। ਸੋ ਦੇਖੋ, ਲੋਕਾਂ ਨੇ ਸਾਨੂੰ ਵੋਟਾਂ ਇਮਾਨਦਾਰੀ ਲਈ ਪਾਈਆਂ ਵੀ ਭਾਈ ਲੋਕ ਪਹਿਲਾਂ ਨੇ ਸਾਡੇ ਪੈਸੇ ਜਿਹੜੇ ਆ ਉਹ ਖਾਂਦੇ ਰਹੇ ਆ ਲੋਕਾਂ ਦੇ ਹਿੱਸੇ ਦੇ, ਤੇ ਹੁਣ ਸਾਡੀ ਸਰਕਾਰ ਹੈ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਦਾ ਹਿਸਾਬ ਕਿਤਾਬ ਲਈਏ। ਇਹ ਕੋਈ ਅਸੀਂ ਨਹੀਂ ਕਰ ਰਹੇ, ਕਾਨੂੰਨ ਆਪਣਾ ਕੰਮ ਹੈ ਜਿਹੜਾ ਹੋ ਨਹੀਂ ਰਹੀ ਤੇ ਉਹਦੀ ਵੀ ਜਾਂਚ ਅਸੀਂ ਕਰਵਾ ਰਹੇ ਹਾਂ। ਦੇਖੋ, ਇਹ ਬੜੀ ਸਪਸ਼ਟ ਹੈ ਗੱਲ। ਜੇ ਅਸੀਂ ਪਹਿਲਾਂ ਇੱਕ ਮੰਤਰੀ ਤੇ ਕਾਰਵਾਈ ਕਰ ਸਕਦੇ ਹਾਂ ਤੇ ਜੇ ਕੋਈ ਹੋਰ ਚਾਹੇ ਕੋਈ ਕੁਝ ਨਹੀਂ ਬਣਿਆ, ਉਹ ਆਰਾਮ ਨਾਲ ਕੰਮ ਕਰਦੇ ਪਏ ਨੇ, ਮਤਲਬ ਮੰਤਰੀ ਨਹੀਂ ਰਹੇ ਬਟ ਐਜ਼ ਐ ਐਮਐਲਏ, ਬਤੌਰੇ ਆਪ ਦੇ ਐਮਐਲਏ ਉਹ ਆਰਾਮ ਨਾਲ ਕੰਮ ਕਰ ਰਹੇ। ਸੋ ਉਸ ਜਾਂਚ ਦਾ ਕੁਝ ਨਹੀਂ ਨਿਕਲਿਆ। ਅਸੀਂ ਤਾਂ ਦੇਖੋ ਕੇਸ ਉਹਨਾਂ ਦੇ ਚੱਲ ਰਿਹਾ ਹੈ ਨਾ, ਹੁਣ ਕੋਰਟ ਨੇ ਦੇਖਣਾ ਵੀ ਅੱਗੇ ਕੀ ਕਰਨਾ। ਅਸੀਂ ਜੋ ਕੰਮ ਕਰਨਾ ਸੀ ਪੁਲਿਸ ਨੇ, ਕਾਨੂੰਨ ਨੇ ਆਪਣਾ ਉਹ ਕੀਤਾ। ਨਾਲੇ ਹੁਣ ਵੀ ਜਿਹੜਿਆਂ ਤੇ ਦੇਖੋ ਕਾਰਵਾਈ ਜਿਹੜੀ ਉਹ ਕਰਨੀ ਹੈ ਉਹ ਕਾਨੂੰਨ ਨੇ ਕਰਨੀ ਹੈ। ਤੇ ਹੁਣ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਭਗਵੰਤ ਮਾਨ ਜੀ ਵਰਗਾ ਕੋਈ ਇਮਾਨਦਾਰ ਸੀਐਮ ਅੱਜ ਤੱਕ ਮੈਨੂੰ ਲੱਗਦਾ ਨਹੀਂ ਪੰਜਾਬ ਨੂੰ ਮਿਲਿਆ। ਜਿੰਨੀ ਕਿ ਮੇਰੀ ਉਮਰ ਹੈ 32-33 ਸਾਲ ਦੀ, ਜਿੰਨਾ ਕਿ ਮੈਂ ਪਿਛਲੇ ਸਮੇਂ ਤੋਂ ਜੋ ਤੋਂ ਸੁਰਤ ਸੰਭਲੀ ਹੈ ਉਦੋਂ ਤੋਂ ਦੇਖਦਾ ਆ। ਸੋ ਲੋਕਾਂ ਨੂੰ ਬਹੁਤ ਉਮੀਦ ਹੈ ਇਸ ਗੱਲ ਦਾ, ਲੋਕ ਵਿਸ਼ਵਾਸ ਕਰਕੇ ਚੱਲਣਗੇ। ਠੀਕ ਹੈ, ਕਈ ਵਾਰੀ ਕੰਮ ਤਾਂ ਜਿੰਨਾ ਕੁ ਸਟੇਟ ਕੋਲੇ ਪੈਸਾ ਹੈ ਉਨੇ ਹੋਣਗੇ, ਅਸੀਂ ਇਮਾਨਦਾਰੀ ਨਾਲ ਬਜਟ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਬੇਈਮਾਨੀ ਵਾਲਾ ਜਦੋਂ 2027 ਦੀਆਂ ਵੋਟਾਂ ਹੋਣਗੀਆਂ, ਕੋਈ ਇਹ ਨਹੀਂ ਕਹਿ ਸਕੂਗਾ ਵੀ ਭਾਈ ਇਹ ਮੰਤਰੀ ਕੋਈ ਇਹਨਾਂ ਦੀ ਸਰਕਾਰ ਦੇ ਵਿੱਚ ਮੌਜੂਦ ਹੈ ਵੀ ਇਹਨੇ ਬੇਈਮਾਨੀ ਕੀਤੀ। ਪਿਛਲੇ 5 ਸਾਲ ਇਹਨਾਂ ਦਾ ਵਿਧਾਇਕ ਪੈਸੇ ਲੈਂਦਾ ਰਿਹਾ, ਅੱਜ ਦੁਬਾਰਾ ਜਿਹੜੀ ਹੈ ਟਿਕਟ ਲੜ ਰਿਹਾ। ਠੀਕ ਹੈ, ਦੇਖੋ, ਕਿਉਂਕਿ ਦੇਖੋ ਲੋਕਾਂ ਨੇ ਸਾਨੂੰ ਇੱਕੋ ਚੀਜ਼ ਤੇ ਜਿਤਾਇਆ। ਜੇ ਅੱਜ ਆਮ ਆਦਮੀ ਪਾਰਟੀ ਦੀ ਗੁਜਰਾਤ 'ਚ ਚੜ੍ਹਤ ਹੋ ਰਹੀ ਹੈ, ਕੋਈ ਮੋਦੀ ਜੀ ਦੇ ਬਰਾਬਰ ਸਾਡੇ ਕੋਲੇ ਪਿੱਛੇ ਇੰਡਸਟਰੀ ਥੋੜੀ ਖੜੇ ਹੈ, ਕੋਈ ਮੋਦੀ ਜੀ ਬਰਾਬਰ ਸਾਡੇ ਕੋਲੇ ਪੈਸਾ ਥੋੜੀ ਹੈ, ਜਾਂ ਉਹਨਾਂ ਵਾਂਗੂ ਸਾਰੇ ਸੂਬਿਆਂ ਦੇ ਵਿੱਚ ਸਰਕਾਰ ਥੋੜੀ ਹੈ ਵੀ ਅਸੀਂ ਉੱਥੇ ਬਹੁਤ ਮੰਤਰੀ ਵਿਧਾਇਕ ਜਾ ਕੇ ਪ੍ਰਚਾਰ ਕਰ ਰਹੇ ਹਾਂ। ਜੇ ਕ੍ਰੈਡੀਬਿਲਿਟੀ ਜਿਹੜੀ ਹੈ ਉਹ ਇੱਕੋ ਚੀਜ਼ ਦੀ ਹੈ ਵੀ ਅਰਵਿੰਦ ਕੇਜਰੀਵਾਲ ਇਮਾਨਦਾਰ ਹੈ। ਉਹ ਤਾਂ ਉਹਨਾਂ ਦੇ ਵਿਰੋਧੀ ਵੀ ਕਹਿੰਦੇ ਆ ਵੀ ਯਾਰ ਇਹ ਬੰਦਾ ਕੁਝ ਕਰ ਸਕਦਾ ਹੈ, ਇਹਨੂੰ ਅਸੀਂ ਕਹਿ ਲਈਏ ਵੀ ਇਹ 'ਚ ਅੜਬ ਹੋ ਸਕਦਾ ਵੀ ਇਹ ਕਿਸੇ ਦੀ ਸੁਣਦਾ ਨਹੀਂ, ਇਹ ਗੱਲ ਕਹਿ ਸਕਦੇ ਹਾਂ, ਪਰ ਇਹ ਨਹੀਂ ਕਹਿ ਸਕਦੇ ਵੀ ਬੰਦਾ ਬੇਈਮਾਨ ਹੈ। ਉਵੇਂ ਹੀ ਅੱਜ ਪੰਜਾਬ 'ਚ ਭਗਵੰਤ ਮਾਨ ਜੀ ਦੀ ਕ੍ਰੈਡੀਬਿਲਿਟੀ ਜਿਹੜੀ ਹੈ ਬਣ ਰਹੀ ਹੈ ਕਿ ਹੋਰ ਕੋਈ ਕੁਝ ਕਹਿ ਲੇ ਪਰ ਕੋਈ ਇਹ ਨਹੀਂ ਕਹਿ ਸਕਦਾ ਵੀ ਇਹ ਬੰਦੇ ਨੇ ਜਿਹੜੀ ਹੈ ਕੋਈ ਇਹ ਬੇਈਮਾਨੀ ਕਰ ਰਿਹਾ। ਮੈਂ ਉਹ ਕਹਿੰਦੀ ਹਾਂ ਅਰਵਿੰਦ ਕੇਜਰੀਵਾਲ ਬਾਰੇ ਕਹਿ ਸਕਦੇ ਹਾਂ ਕਿ ਦੁਸ਼ਮਣੀ ਸਿਆਸਤ ਨਹੀਂ ਕਰਦੇ, ਪਰ ਪੰਜਾਬ ਦੀ ਪੋਲਿਟਿਕਸ ਬਾਰੇ ਅੱਜ ਉਹ ਨਹੀਂ ਕਿਹਾ ਜਾ ਸਕਦਾ, ਕਿਉਂਕਿ ਪੰਜਾਬ ਵਾਲ ਲੁੱਟ ਕੇ ਵੱਧ ਖਾਦਾ। ਦਿੱਲੀ ਦੇ 3 ਲੱਖ ਕਰੋੜ ਦਾ ਕਰਜ਼ ਹੈ, ਇੱਥੇ ਜਿਨ੍ਹਾਂ ਨੇ ਚੜਾਇਆ ਫਿਰ ਉਹਨਾਂ ਦੀ ਕਾਰਵਾਈ ਕਰ ਰਹੇ ਹੋ, ਦਿੱਲੀ ਵਾਲੇ ਤੇ ਕਿੱਥੋਂ ਕਰ ਦਈਏ। ਹੁਣ ਦਿੱਲੀ 'ਚ ਪੁਲਿਸ ਨੇ ਕਰਨੀ ਹੈ, ਪੁਲਿਸ ਵੀ ਉਹਨਾਂ ਕੋਲੇ ਆ, ਸਾਰੀ ਉੱਥੇ ਰਲੀ ਮਿਲੀ ਹੈ। ਇੱਥੇ ਪੁਲਿਸ ਨੂੰ ਅਸੀਂ ਹੁਣ ਭਾਈ ਉਹਨਾਂ ਨੂੰ ਕਿਹਾ ਹੋਇਆ ਵੀ ਭਾਈ ਕਾਨੂੰਨ ਮੁਤਾਬਕ ਤੁਸੀਂ ਕਾਰਵਾਈ ਜਿਹੜੀ ਆ ਕਰੋ, ਤੇ ਪੁਲਿਸ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੀ ਹੈ। ਅਸੀਂ ਕੋਈ ਰੋਜ਼ ਵਿਜੀਲੈਂਸ ਨੂੰ ਅਸੀਂ ਥੋੜੀ ਕਹਿਣੇ ਆ ਵੀ ਭਾਈ ਇਹਨੂੰ ਫੜੋ ਇਹਨੂੰ ਫੜੋ। ਵਿਜੀਲੈਂਸ ਨੂੰ ਹਾਂ ਇਹ ਜ਼ਰੂਰ ਕਿਹਾ ਵੀ ਭਾਈ ਚਾਹੇ ਹੁਣ ਦਾ, ਚਾਹੇ ਕੋਈ ਪੁਰਾਣਾ ਹੈ, ਚਾਹੇ ਕੋਈ ਲੀਡਰ ਹੈ, ਚਾਹੇ ਕੋਈ ਅਫਸਰ ਹੈ। ਇਹੋ ਅਲਫਾਜ਼ ਭਾਜਪਾ ਵਾਲੇ ਬੋਲਦੇ, ਅਸੀਂ ਕਿਹੜਾ ਸੀਬੀਆਈ ਨੂੰ ਬੋਲਿਆ ਹੈਗਾ। ਭਾਜਪਾ ਵਾਲਿਆਂ ਦਾ ਸਾਰਿਆਂ ਨੂੰ ਪਤਾ ਹੈ। ਜੇ ਅੱਜ 17 ਸੂਬਿਆਂ 'ਚ ਉਹਨਾਂ ਦੀ ਸਰਕਾਰ ਹੈ, ਵਿੱਚੋਂ 8 'ਚ ਕਿਸ ਤਰ੍ਹਾਂ ਸਰਕਾਰ ਸੀਬੀਆਈ ਈਡੀ ਨੇ ਬਣਾਈ ਹੈ, ਸਾਰਿਆਂ ਨੂੰ ਪਤਾ ਹੈ। ਕਿਸ ਤਰ੍ਹਾਂ ਜਿਹੜੇ ਬੰਦੇ ਬੀਜੇਪੀ 'ਚ ਹੁੰਦੇ ਸੀ ਸੀਬੀਆਈ ਈਡੀ ਨਾਲ ਡਰਾਉਂਦੇ ਆ, ਤੇ ਜਿੱਦਣ ਭਾਜਪਾ ਸ਼ਾਮਲ ਹੋ ਜਾਂਦੇ ਆ ਉਦੋਂ ਤੁਸੀਂ ਵੀ ਉਸ ਚਾਲ ਚੱਲਣਾ ਚਾਹੁੰਦੇ ਹੋ। ਉਸੇ ਚਾਲਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਸਾਡੀ ਸਰਕਾਰ ਬਣਾਈ। ਉਹ ਪੰਜਾਬ 'ਚ ਵੀ ਚੱਲਦੇ ਰਹੇ ਸੁਖਬੀਰ ਵਰਗੇ, ਆ ਕਦੇ ਜੈਨ ਨੂੰ ਲੜਾ ਲਿਆ, ਕਦੇ ਜੀਤਮਿੰਦਰ ਨੂੰ ਰਲਾ ਲਿਆ, ਤੇ ਸਾਰਾ ਕੋਈ ਲੋਕ ਦੇਖਦੇ ਸੀ। ਇਸੇ ਕਰਕੇ ਤਾਂ 3 ਸੀਟਾਂ ਤੇ ਰਹਿ ਗਈ ਜਿਹੜੀ 100 ਸਾਲ ਪੁਰਾਣੀ ਪਾਰਟੀ ਸੀ। ਲੋਕ ਦੇਖੋ, ਸਾਨੂੰ ਲੋਕਾਂ ਨੇ ਵੱਡਾ ਕਾਰਨ ਬਦਲਾਅ ਲਈ ਵੋਟ ਪਾਈ ਹੈ। ਉਹ ਬਦਲਾਅ ਇੱਕ ਚੀਜ਼ ਦਾ ਨਹੀਂ ਹੁੰਦਾ, ਸਾਰੀਆਂ ਇਹਨਾਂ ਚੀਜ਼ਾਂ ਤੋਂ ਖਰੀਦੋ ਫਰੋਖਤ, ਡਰਾਉਣ ਧਮਕਾਉਣ ਦੀ ਰਾਜਨੀਤੀ ਤੋਂ ਲੋਕ ਦੁਖੀ ਸੀ। ਅੱਜ ਵੀ ਜੋ ਬੀਜੇਪੀ ਸੈਂਟਰ 'ਚ ਕਰ ਰਹੀ ਹੈ ਉਸ ਦਾ ਖਮਿਆਜਾ ਉਹਨਾਂ ਨੂੰ ਗੁਜਰਾਤ 'ਚ ਭੁਗਤਣਾ ਪੈ ਰਿਹਾ। ਇਸੇ ਕਰਕੇ ਤੁਸੀਂ ਦੇਖੋ ਗੁਜਰਾਤ ਦੀ ਇਲੈਕਸ਼ਨ ਕਰਾਉਣੋਂ ਡਰ ਰਹੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ
ਕਿ ਆਮ ਆਦਮੀ ਪਾਰਟੀ ਦੀ ਜਿਹੜੀ ਲੋਕਪ੍ਰਿਯਤਾ ਉਹ ਵੱਧ ਰਹੀ ਹੈ ਤੇ ਲੋਕ ਜਿਹੜੀ ਬੀਜੇਪੀ ਦੀ ਗੁੰਡਾਗਰਦੀ ਹੈ, ਜਿਹੜੀ ਉਹਨਾਂ ਦੀ ਧਰਮ ਦੇ ਨਾਂ ਤੇ, ਜਾਤਾਂ ਪਾਤਾਂ ਦੇ ਨਾਮ ਤੇ ਲੋਕਾਂ ਨੂੰ ਡਰਾਉਣ ਧਮਕਾਉਣ ਦੀ ਰਾਜਨੀਤੀ ਹੈ, ਲੋਕ ਉਹ ਤੋਂ ਦੁਖੀ ਹੋਏ ਪਏ ਆ। ਲੋਕ ਉੱਥੇ ਬਦਲਾਅ ਚਾਹੁੰਦੇ ਤੇ ਗੁਜਰਾਤ 'ਚ ਵੀ ਬਦਲਾਅ ਹੋ ਕੇ ਰਹੂਗਾ। ਤੁਸੀਂ ਪੰਜਾਬ ਤੋਂ ਪੜ੍ਹੇ ਹੋਏ, ਬੀਟੈਕ ਕੀਤੀ ਹੋਈ ਹੈ, ਤੁਸੀਂ ਕੁਝ ਤਜਰਬੇ ਰਹੇ ਹੋਣੇ ਕਿ ਬਿਕੋਜ਼ ਤੁਹਾਡੇ ਵਿੱਚ ਗੁੱਸਾ ਹੈ, ਜੋ ਗੁੱਸਾ ਹੁਣ ਸਿਆਸਤ ਵਿੱਚ ਆ ਗਿਆ ਹੈ, ਬਟ ਉਹ ਗੁੱਸਾ ਸਾਡੇ ਨੌਜਵਾਨਾਂ ਵਿੱਚ ਵੀ ਹੈਗਾ ਅੱਜ। ਤੇ ਉਸ ਗੁੱਸੇ ਤੋਂ ਤੁਸੀਂ ਕੀ ਇਹੋ ਜਿਹੀ ਚੀਜ਼ਾਂ ਲਿਆ ਰਹੇ ਹੋ, ਕੀ ਬਦਲਾਵ ਲਿਆ ਰਹੇ ਹੋ ਜੋ ਤੁਹਾਡੇ ਕੋਲ ਹਾਇਰ ਐਜੂਕੇਸ਼ਨ ਹੈਗੀ ਉਹਦੇ ਵਿੱਚ ਕੀ ਚੇਂਜਸ ਲਿਆ ਰਹੇ, ਕੀ ਹੋਏਗਾ ਕਿ ਬੱਚਾ ਅੱਗੋਂ ਬੀਟੈਕ ਕਰਕੇ ਜੌਬ ਲੱਭ ਪਾਏਗਾ ਕਿ ਉਹਨੂੰ ਵੀ ਮੀਤ ਹੇਅਰ ਦੇ ਰਿਟਾਇਰ ਹੋਣ ਦੀ ਵੇਟ ਕਰਨੀ ਪਏਗੀ? ਦੇਖੋ ਨਿਮਰ ਜੀ, ਅਸੀਂ ਨਾ ਇੱਕ ਬਦਲਾਅ ਚੋਂ ਨਿਕਲੇ ਹੋਏ ਮੀਤ ਕਿਸੇ ਐਮਐਲਏ ਦਾ ਮੁੰਡਾ ਨਹੀਂ। ਕਦੇ ਤਾਂ ਸਾਡੀ ਰਿਸ਼ਤੇਦਾਰੀ 'ਚ ਮੈਨੂੰ ਲੱਗਦਾ ਕੋਈ ਐਮਸੀ ਨਹੀਂ ਬਣਿਆ ਨਾ। ਕਦੇ ਜਿੱਦਣ ਇੱਧਰ ਤੁਰੇ ਸੀਗੇ ਅੰਨਾ ਅੰਦੋਲਨ ਤੋਂ ਮੈਂ ਤੁਰਿਆ ਹੋਇਆ ਸੋਚਿਆ ਸੀ ਕਦੇ ਐਮਐਲਏ ਬਣੂੰਗਾ, ਮੰਤਰੀ ਬਣੂੰਗਾ। ਇਹ ਜੋ ਕੁਛ ਹੈ ਇਹ ਸਾਨੂੰ ਗੁੱਸਾ ਸੀ। ਅਸੀਂ ਇਸ ਲੈਵਲ ਤੱਕ ਲੋਕ ਸਾਨੂੰ ਜਿਹੜਾ ਉਹ ਲੈ ਕੇ ਅੱਜ ਵੀ ਜੋ ਕੁਰਸੀ ਦਿੱਤੀ ਹੈ ਲੋਕਾਂ ਦੀ ਹੈ, ਕਿਉਂਕਿ ਲੋਕਾਂ ਨੇ ਬਦਲਾ ਦਿੱਤੀ ਹੈ। ਜੇ ਮੈਂ ਦੁਬਾਰਾ ਕਹਿੰਦਾ ਲੋਕਾਂ ਪ੍ਰਤੀ ਵਫਾਦਾਰ ਨਹੀਂ ਰਹਾਂਗੇ, ਨੌਜਵਾਨਾਂ ਪ੍ਰਤੀ ਵਫਾਦਾਰ ਰਹਾਂਗੇ, ਲੋਕ ਇਹ ਕੁਰਸੀ ਵਾਪਸ ਹੈ ਜਿਹੜੀ ਉਹ ਲੈ ਲੈਣਗੇ। ਤੇ ਜਿਹੜੀ ਰਹੀ ਗੁੱਸੇ ਦੀ ਗੱਲ, ਮੈਨੂੰ ਹਾਇਰ ਐਜੂਕੇਸ਼ਨ ਮੰਤਰੀ ਬਣ ਕੇ ਵੀ ਬੜਾ ਗੁੱਸਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਪਠਾਤਾ। ਸਾਡੇ ਕੋਲੇ ਜਿਹੜੇ 64 ਕਾਲਜ ਨੇ ਸਰਕਾਰੀ, 2000 ਅਸਾਮੀਆਂ ਨੇ ਤੇ ਕੇਵਲ 300 ਦੇ ਤਕਰੀਬਨ ਸਾਡੇ ਕੋਲ ਸਰਕਾਰੀ ਪ੍ਰੋਫੈਸਰ ਹੈ। 96 ਤੋਂ ਬਾਅਦ ਭਰਤੀ ਉਹ ਨਹੀਂ ਕੀਤੀ 25 ਸਾਲ। ਇੱਕੋ ਗੱਲ ਦਾ ਬਹਾਨਾ ਕਿ ਜੀ ਕੋਰਟ 'ਚ ਕੇਸ ਹੈ। ਕੋਰਟ 'ਚ ਕੇਸ ਜਾਂਦੇ ਕਿਉਂ ਹੈ? ਕਿਉਂਕਿ ਜਦੋਂ ਤੁਸੀਂ ਕਾਹਲੀ ਦੇ ਵਿੱਚ, ਜੋ ਮੈਂ ਪਹਿਲਾਂ ਕਿਹਾ, ਭਰਤੀ ਕੱਢਣੀਆਂ ਵੋਟਾਂ 2 ਮਹੀਨੇ ਪਹਿਲਾਂ, ਫਿਰ ਉਦੋਂ ਕਮੀਆਂ ਪੇਸ਼ੀਆਂ ਇੰਨੀਆਂ ਹੋ ਜਾਂਦੀਆਂ ਨੇ ਕਿਉਂਕਿ ਉਦੋਂ ਜੂਨੀਅਰਸ ਦਾ ਪ੍ਰੈਸ਼ਰ ਹੁੰਦਾ ਕਿਸ ਨੂੰ ਮੋਬਿਲਾਈਜ਼ ਕਰਨ ਲਈ, ਇੱਦਾਂ ਦੀਆਂ ਵਿੱਚ ਟਰਮਸ ਐਂਡ ਕੰਡੀਸ਼ਨਸ ਪਾ ਦਿੰਦੇ ਆ ਜਿਹੜੀਆਂ ਲੀਗਲੀ ਸਾਊਂਡ ਹੀ ਨਹੀਂ ਹੁੰਦੀਆਂ, ਜਿਹੜੀਆਂ ਗੈਰ ਸੰਵਿਧਾਨਿਕ ਹੁੰਦੀਆਂ। ਉਹ ਕੋਰਟ 'ਚੋਂ ਜਿਹੜੀ ਹੈ ਕੁਐਸ਼ ਹੋ ਜਾਂਦੀ ਹੈ, ਕੋਰਟ 'ਚ ਕੇਸ ਚੱਲਦੇ ਰਹਿੰਦੇ ਆ। 25 ਸਾਲ ਭਰਤੀ ਨਹੀਂ ਕੀਤੀ, ਹੁਣ ਵੀ ਜਾਂਦੇ 2021 'ਚ ਕੀਤੀ ਤੇ ਉਹਦੇ ਵਿੱਚ ਇੰਨੀਆਂ ਕਮੀਆਂ ਪੇਸ਼ੀਆਂ ਛੱਡਤੀਆਂ। ਨੋਟੀਫਿਕੇਸ਼ਨ ਹੋਣ ਤੋਂ ਬਾਅਦ ਤੁਸੀਂ ਸਿਲੈਕਸ਼ਨ ਕਮੇਟੀ ਚੇਂਜ ਕਰ ਰਹੇ ਹੋ, ਨੋਟੀਫਿਕੇਸ਼ਨ ਹੋਣ ਤੋਂ ਬਾਅਦ ਤੁਸੀਂ PPSC ਤੋਂ ਲੈ ਕੇ ਤੁਸੀਂ ਯੂਨੀਵਰਸਿਟੀ ਨੂੰ ਦੇ ਰਹੇ ਆ। ਨੋਟੀਫਿਕੇਸ਼ਨ ਹੋਣ ਤੋਂ ਬਾਅਦ ਜਦੋਂ ਰਿਜ਼ਲਟ ਆਉਂਦਾ ਤੁਸੀਂ 5 ਮਾਰਕਸ ਗ੍ਰੇਸ ਤੇ ਦੇਤੇ, ਵੇਟੇਜ ਦੇਤੀ ਵੀ ਜਿਨ੍ਹਾਂ ਨੇ ਸਰਕਾਰੀ ਕਾਲਜਾਂ ਦਾ ਐਕਸਪੀਰੀਅੰਸ ਹੈ ਤੇ ਫਿਰ ਤੁਸੀਂ ਵਾਪਸ ਲੈ ਲਈ। ਤੇ ਜਿਨ੍ਹਾਂ ਦੀ ਜੁਆਇਨਿੰਗ ਕਰਵਾਤੀ 122 ਸਾਡੇ ਕੋਲ ਜੁਆਇਨਡ ਆ, ਉਹਨਾਂ 'ਚ ਵੀ ਮਤਲਬ ਕਿ ਜਿਨ੍ਹਾਂ ਨੂੰ ਵੇਟੇਜ ਮਿਲੀ ਹੋਈ ਆ ਉਹ ਹੈ, ਤੇ ਉਹ ਕੋਰਟ ਨੇ ਚੱਕ ਕੇ ਸਾਰੀ ਕੁਐਸ਼ ਕਰਤੀ। ਤੇ ਭੁਗਤਣਾ ਕਿਹਨੂੰ ਪੈ ਰਿਹਾ? ਜਾਂ ਤਾਂ ਜਿਹੜੇ ਬੱਚੇ ਵਿਚਾਰੇ ਜਿਹੜੇ ਬਿਨਾਂ ਪ੍ਰੋਫੈਸਰਾਂ ਤੋਂ ਬੈਠੇ ਆ, ਤੇ ਜਾਂ ਜਿਹੜੇ ਵਿਚਾਰੇ 1158 ਜਿਹੜੇ ਪ੍ਰੋਫੈਸਰ ਜਿਹੜੇ ਬਹੁਤ ਟੈਲੈਂਟਡ, ਕਈ ਤਾਂ ਇੱਦਾਂ ਦੇ ਜਿਹੜੇ ਪਹਿਲਾਂ ਵੀ ਸਰਕਾਰੀ ਨੌਕਰੀ ਕਰਦੇ ਸੀ, ਉਧਰੋਂ ਛੱਡ ਕੇ ਪ੍ਰੋਫੈਸਰ ਜੁਆਇਨ ਕੀਤਾ ਤੇ ਇੱਧਰੋਂ ਵੀ ਵਿਚਾਰੇ ਗਏ। ਹੁਣ ਮਤਲਬ ਕਿ ਤੁਸੀਂ ਦੇਖੋ ਵੀ ਹੁਣ ਅਸੀਂ ਉਹਦੇ ਤੇ ਚਲੋ ਲੀਗਲ ਪੱਖ ਦੇਖ ਰਹੇ ਹਾਂ ਵੀ ਅਸੀਂ ਡਬਲ ਬੈਂਚ ਤੇ ਜਾਣਾ, ਕੀ ਕਰਨਾ। ਪਰ ਹੁਣ ਵੀ ਜੇ ਡਬਲ ਬੈਂਚ ਤੇ ਮੰਨ ਲਓ ਅਸੀਂ ਚਲੋ ਚਲੇ ਜਾਂਦੇ ਹਾਂ, ਕੋਰਟ ਦਾ ਫੈਸਲਾ 4-5 ਸਾਲ ਨਹੀਂ ਆਉਂਦਾ, ਸਾਡੇ ਕੋਲ ਤਾਂ ਜੁਆਇੰਟ ਵੀ ਹੈ ਨਹੀਂ, ਕੇਵਲ 122 ਨੇਗੇ। 122 ਕੀ 64 ਕਾਲਜਾਂ ਦੇ ਵਿੱਚ ਜਾ ਕੇ ਜਿਹੜੇ ਆ ਪੜ੍ਹਾ ਲੈਣਗੇ। ਪਹਿਲਾਂ 300 ਹੈ, ਹੁਣ 422 ਹੋ ਜਾਣਗੇ। ਜਿੰਨਾ ਟਾਈਮ ਕੋਰਟ 'ਚ ਹੋਊਗਾ ਨਾ ਅਸੀਂ ਨਵੀਂ ਭਰਤੀ ਕੱਢ ਸਕਦੇ ਹਾਂ। ਤੇ ਇਹ ਕੀ ਪਤਾ ਵੀ 4-5 ਸਾਲਾਂ ਬਾਅਦ ਜਾ ਕੇ ਫਿਰ ਕੁਐਸ਼ ਹੋ ਜੇ ਤੇ 4-5 ਸਾਲ ਭਰਤੀ ਕੀ ਫਿਰ ਨਹੀਂ ਹੋਊਗੀ। ਇਹ ਸਾਰਾ ਕੁਝ ਜਿਹੜਾ ਮਾੜੀਆਂ ਨੀਤੀਆਂ ਕਾਰਨ, ਮਾੜੀ ਇੰਟੈਂਸ਼ਨ ਕਰਕੇ ਇਹਨਾਂ ਨੇ ਕੀਤਾ ਤੇ ਭੁਗਤਣਾ ਜਿਹੜਾ ਬੱਚਿਆਂ ਨੂੰ ਪੈ ਰਿਹਾ ਤੇ ਜਿਹੜੇ ਪ੍ਰੋਫੈਸਰ ਦਾ ਉਹਨਾਂ ਨੂੰ ਪੈ ਰਿਹਾ। ਤੁਸੀਂ ਕੋਈ ਰਾਹ ਲੱਭ ਪਾਏ ਉਹਦਾ? ਨਹੀਂ, ਅਸੀਂ ਹੁਣ ਦੇਖੋ ਮੈਂ ਉਹਨਾਂ ਦੇ ਨਾਲ CM ਸਾਹਿਬ ਨੇ ਵੀ ਜਿਹੜਾ ਸਾਡੇ AG ਸਾਹਿਬ ਦੇ ਨਾਲ ਅਸੀਂ ਸਾਰੇ ਹਾਇਰ ਐਜੂਕੇਸ਼ਨ ਦੇ ਸਾਡੀ ਪ੍ਰਿੰਸੀਪਲ ਸੈਕਟਰੀ ਅਸੀਂ ਮੀਟਿੰਗ ਕੀਤੀ ਸੀ ਕੁਝ ਦਿਨ ਪਹਿਲਾਂ ਵੀ। ਉਦੋਂ ਵੀ ਅਸੀਂ ਡਿਸਕਸ ਕੀਤਾ ਤੇ CM ਸਾਹਿਬ ਨੇ ਕਿਹਾ ਵੀ ਉਹਨਾਂ ਨੂੰ ਬੁਲਾਓ, ਉਹਨਾਂ ਨੂੰ ਆਪਾਂ ਸਾਰਾ ਦੱਸੀਏ, ਜਿਸ ਤਰ੍ਹਾਂ ਸਾਡੇ ਪ੍ਰੋਫੈਸਰਸ ਕਹਿਣਗੇ ਉਸ ਤਰ੍ਹਾਂ ਕਰਾਂਗੇ। ਕਿਉਂਕਿ ਸਾਨੂੰ ਚਿੰਤਾ ਉਸ ਗੱਲ 'ਚ ਇਹੀ ਹੈ ਵੀ ਮੰਨ ਲਓ 3-4 ਸਾਲ ਕੇਸ ਚੱਲ ਕੇ ਫਿਰ ਕੁਐਸ਼ ਹੋ ਗਿਆ। ਅੱਜ ਜਿਹੜਾ ਐਲੀਜੀਬਲ ਹੈ, ਜਿਹੜਾ 36 ਸਾਲ ਦਾ, ਅੱਜ ਉਹ ਦੁਬਾਰਾ ਟੈਸਟ ਦੇ ਕੇ ਵੀ ਆ ਸਕਦਾ ਕਿਉਂਕਿ ਉਹ ਤਾਂ ਪਹਿਲਾਂ ਹੀ ਔਨ ਮੈਰਿਟ ਆਇਆ ਹੋਇਆ ਸੀ, ਕਿਉਂਕਿ ਦੁਬਾਰਾ ਭਰਤੀਆਂ ਅਸੀਂ ਕੱਢਣ ਲਈ ਤਿਆਰ ਆ। ਮੰਨ ਲਓ 3 ਸਾਲ ਨੂੰ 39 ਦਾ ਹੋ ਜੂ, ਫਿਰ ਉਹ ਜੇ ਅਸੀਂ ਦੁਬਾਰਾ ਭਰਤੀ ਕੱਢਾਂਗੇ ਉਹਦੇ 'ਚ ਵੀ ਨਹੀਂ ਆ ਸਕਣਾ, ਉਧਰੋਂ ਵੀ ਜਾਊਗਾ। ਸੋ ਇਹ ਮਤਲਬ ਕਿ ਬੜੀ ਸੋਚ ਵਿਚਾਰਨ ਵਾਲੀ ਗੱਲ ਹੈ। ਅਸੀਂ ਇਹਦੇ ਤੇ ਜਿਵੇਂ ਪ੍ਰੋਫੈਸਰਸ ਕਹਿਣਗੇ ਸੀ ਉਹਨਾਂ ਦੇ ਨਾਲ ਆ। ਉਹਨਾਂ ਨੇ ਕਿਉਂਕਿ ਚੰਗਾ ਮਾੜਾ ਸਾਰੇ ਪੜ੍ਹੇ ਲਿਖਿਆ, ਉਹਨਾਂ ਨੂੰ ਪਤਾ ਜੇ ਡਬਲ ਬੈਂਚ ਦੇ ਕਹਿਣਗੇ ਸੀ ਡਬਲ ਬੈਂਚ ਤੇ ਜਾਵਾਂਗੇ। ਪਰ ਇਹਦੇ 'ਚ ਦੇਖਣਾ ਪੈਣਾ ਕਿ ਫਿਊਚਰ ਜਿਹੜਾ ਪੰਜਾਬ ਦੇ ਬੱਚਿਆਂ ਦਾ ਜਿਹੜਾ ਉਹ ਬਰਬਾਦ ਹੈ ਉਹ ਹੋ ਰਿਹਾ, ਪਰ ਇਹਨੂੰ ਠੀਕ ਕਰਨ ਦੇ ਲਈ ਅਸੀਂ ਕੋਈ ਨਾ ਕੋਈ ਰਸਤਾ ਜਿਹੜਾ ਲੱਭਾਂ। ਇੱਕ ਤੁਹਾਡੇ ਵਾਸਤੇ ਬੜੀ ਵੱਡੀ ਚੁਣੌਤੀ ਸੀ ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ। ਇੱਕ ਪੰਜਾਬ ਯੂਨੀਵਰਸਿਟੀ ਦਾ ਹੱਲ ਨਿਕਲ ਪਾਇਆ ਹੈਗਾ? ਦੇਖੋ ਪੰਜਾਬ ਯੂਨੀਵਰਸਿਟੀ ਤੇ ਮੈਂ ਵਿਧਾਨ ਸਭਾ 'ਚ ਵੀ ਅਸੀਂ ਮਤਾ ਲੈ ਕੇ ਆਂਦਾ ਸੀ। ਉਹ ਦੇਖੋ ਕੋਈ ਨਾ ਇਸ ਨੂੰ ਮਤਲਬ ਕਿ ਸਿਆਸਤ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਮੈਂ ਆ ਚਾਹੇ ਤੁਸੀਂ ਹੋ ਚਾਹੇ ਕੋਈ ਵੀ ਪੰਜਾਬੀ ਹੈ ਨਾ, ਪੰਜਾਬ ਨੇ ਬੜਾ ਸੰਤਾਪ ਭੋਗਿਆ। ਇੱਕ ਨਹੀਂ ਕਿੰਨੇ ਵਾਰੀ ਪੰਜਾਬ ਵੰਡਿਆ ਗਿਆ ਤੇ ਜਦੋਂ 47 'ਚ ਵੰਡਿਆ ਗਿਆ ਬੜੇ ਸਾਡੇ ਲੋਕਾਂ ਦੇ ਘਰ-ਬਾਰ ਪਾਕਿਸਤਾਨ 'ਚ ਰਹਿ ਗਏ, ਬੜੇ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਪੰਜਾਬ ਆਉਣਾ ਪਿਆ, ਇੱਧਰਲੇ ਪੰਜਾਬ। ਤੇ
ਉਦੋਂ ਸਾਡੀ ਜਿਹੜੀ ਪੰਜਾਬ ਯੂਨੀਵਰਸਿਟੀ ਨੇ ਵੀ ਆਪਣਾ ਪਹਿਲਾ ਕਰ ਲਾਹੌਰ 'ਚ ਛੱਡ ਕੇ ਸਾਡੇ ਨਾਲ ਇੱਥੇ ਹੁਸ਼ਿਆਰਪੁਰ ਆਈ ਹੈ ਨਾ, ਇੱਥੇ ਜਿਹੜਾ ਪਹਿਲਾ ਕੈਂਪਸ ਜਿਹੜਾ ਉੱਥੇ ਬਣਿਆ। ਤੇ ਉਦੋਂ ਦੇ ਜਿਹੜੇ ਲੀਡਰ ਸੀ ਸਰਦਾਰ ਪਟੇਲ, ਉਦੋਂ ਜਦੋਂ ਇਹਦੀ ਪਹਿਲੀ ਕਨਵੋਕੇਸ਼ਨ ਤੇ ਆਏ, ਉਹਨਾਂ ਨੇ ਵੀ ਜਦੋਂ ਮਤਲਬ ਕਿ ਭਾਸ਼ਣ ਦਿੱਤਾ ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ। ਉਹਨਾਂ ਨੇ ਵੀ ਕਿਹਾ ਕਿ ਜਿੰਨਾ ਸੰਤਾਪ ਪੰਜਾਬ ਨੇ ਭੋਗਿਆ, ਜੇ ਕੋਈ ਹੋਰ ਸੂਬਾ ਹੁੰਦਾ ਉਹ ਝੱਲ ਹੀ ਨਾ ਪਾਉਂਦਾ। ਤੁਸੀਂ ਮਹਾਨ ਲੋਕ ਹੋ, ਮੈਨੂੰ ਦੇਸ਼ ਨੂੰ ਤੁਹਾਡਾ ਬਲੀਦਾਨ ਹੈ, ਤੁਹਾਡੀ ਕਦਰ ਕੀਮਤਾਂ ਕੀ ਨੇ, ਉਹਦਾ ਦੇਸ਼ ਤੇ ਅਹਿਸਾਨ ਜਿਹੜਾ ਉਹ ਰਹਿਣਾ। ਉਦੋਂ ਦੇ ਲੀਡਰ ਸਮਝਦੇ ਸੀ, ਇਸੇ ਕਰਕੇ ਪੰਜਾਬ ਦਾ ਸਤਿਕਾਰ ਇੱਜ਼ਤ ਵੀ ਕਰਦੇ ਸੀ। ਚਲੋ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਆ ਗਈ, ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ, ਇੱਥੇ ਜਿਹੜੀ ਆ ਯੂਨੀਵਰਸਿਟੀ ਬਣ ਗਈ। ਉਦੋਂ ਵੀ ਚਲੋ ਇਹਨੂੰ ਇੰਟਰ ਕਾਰਪੋਰੇਟ ਬਾਡੀ ਸਟੇਟਸ ਇਹਦਾ ਬਣਾਤਾ ਵੀ ਜੀ 20% ਪੰਜਾਬ ਦੇਊਗਾ, 20 ਹਰਿਆਣਾ ਦੇਊਗਾ, 20 ਹਿਮਾਚਲ ਦੇਊਗਾ, 40% ਚੰਡੀਗੜ੍ਹ ਦੇਊਗਾ। ਕਿਉਂਕਿ ਪੰਜਾਬੀਆਂ ਵਾਂਗੂ ਜਿਹੜੇ ਹਰਿਆਣੇ ਤੇ ਹਿਮਾਚਲ ਵਾਲੇ ਸੀ, ਉਹਨਾਂ ਦੀ ਕੋਈ ਇਮੋਸ਼ਨਲ ਅਟੈਚਮੈਂਟ ਨਹੀਂ ਸੀ, ਉਹਨਾਂ ਦੇ ਨਾਲ ਕੋਈ ਇਹ ਘਰ ਛੱਡ ਕੇ ਯੂਨੀਵਰਸਿਟੀ ਇੱਥੇ ਨਹੀਂ ਸੀ ਆਈ। ਇਸੇ ਕਰਕੇ ਉਹਨਾਂ ਨੇ ਕਹਿਤਾ ਜੀ ਸਾਨੂੰ ਤਾਂ ਬੋਝ ਲੱਗਦਾ, ਸੀ ਪੈਸਾ ਨਹੀਂ ਦੇ ਸਕਦੇ। ਪਰ ਪੰਜਾਬ ਨੇ ਉਦੋਂ ਵੀ ਕਿਹਾ ਵੀ ਅਸੀਂ ਸ਼ੇਅਰ ਦੇਣ ਨੂੰ ਤਿਆਰ ਹਾਂ। ਅਸੀਂ ਹਰਿਆਣਾ ਵਾਲਾ ਸ਼ੇਅਰ ਅਸੀਂ ਲਿਆ ਵੀ ਅਸੀਂ ਭਾਈ 40% ਹੈ ਜਿਹੜਾ ਉਹ ਦੇਵਾਂਗੇ, ਕਿਉਂਕਿ ਅਸੀਂ ਯੂਨੀਵਰਸਿਟੀ ਸਾਡਾ ਧਰੋਹਰ ਹੈ, ਅਸੀਂ ਪੈਸਿਆਂ ਕਰਕੇ ਇਹਨੂੰ ਜਾਣ ਨਹੀਂ ਦੇ ਸਕਦੇ। ਅਸੀਂ 40% ਸ਼ੇਅਰ ਕਰ ਲਿਆ, 60 ਸੈਂਟਰ ਦਿੰਦਾ। ਹੁਣ ਵੀ ਜਦੋਂ ਇਹ ਰੌਲਾ ਪਿਆ ਤਾਂ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਉਦੋਂ ਵੀ ਕਿਹਾ ਵੀ 40 ਕੀ ਆਪਾਂ 100% ਸ਼ੇਅਰ ਦੇਣ ਨੂੰ ਤਿਆਰ ਹਾਂ, ਇਹ ਕੋਈ ਪੈਸੇ ਦਾ ਮੁੱਦਾ ਨਹੀਂ ਹੈ, ਪਰ ਯੂਨੀਵਰਸਿਟੀ ਤੇ ਪੰਜਾਬੀਆਂ ਦਾ ਹੱਕ ਹੈ। ਪੰਜਾਬ ਦੇ ਪਿੰਡ ਉਜਾੜ ਕੇ ਬਣਾਈ ਗਈ ਹੈ ਤੇ ਪੰਜਾਬੀਆਂ ਦੇ ਕੋਲ ਹੀ ਰਹਿਣੀ ਚਾਹੀਦੀ ਹੈ। ਸੋ ਉਹਦੇ ਤੇ ਸਾਡਾ ਸਟੈਂਡ ਬੜਾ ਸਪਸ਼ਟ ਹੈ ਤੇ ਸੈਂਟਰ ਨੇ ਵੀ ਮੰਨਿਆ। ਇਹ ਜਿਹੜਾ ਮਤਾ ਪਾ ਕੇ ਇੱਥੋਂ ਗਿਆ ਵੀ ਭਾਈ ਇੱਦਾਂ ਦੀ ਕੋਈ ਤਜਵੀਜ਼ ਉਹਨਾਂ ਨੂੰ ਮੰਨਣਾ ਪਿਆ ਵੀ ਨਹੀਂ ਹੈਗੀ। ਪਰ ਉਦੋਂ ਸਾਨੂੰ ਪਤਾ ਇਨਫੋਰਮੇਸ਼ਨ ਮਿਲਦੀ ਸੀ, ਪਲੈਨਿੰਗਾਂ ਪੂਰੀਆਂ ਚੱਲ ਰਹੀਆਂ ਸੀ ਵੀ ਕਿਸ ਤਰ੍ਹਾਂ ਪੰਜਾਬ ਤੋਂ ਜਿਹੜੀ ਯੂਨੀਵਰਸਿਟੀ ਆ ਸਾਂਭ ਲਈ ਸਥਿਤੀ ਨੂੰ। ਦੇਖੋ ਸਾਂਭਿਆ ਹੋਇਆ ਜੀ, ਅਸੀਂ ਤਾਂ ਲੜਾਈ ਲੜਨ ਲਈ ਇਕੱਲੀ ਇਹਦੇ ਤੇ ਨਹੀਂ, ਜੋ ਵੀ ਪੰਜਾਬੀਆਂ ਦੇ ਹੱਕ ਹੈ, ਚਾਹੇ SYL ਹੈ। ਟੀਚਰਾਂ ਦੀ ਕੰਪਲੇਂਟ ਆਉਂਦੀ ਰਹਿੰਦੀ ਹੈ ਕਿ ਪੰਜਾਬੀ ਯੂਨੀਵਰਸਿਟੀ ਤੋਂ ਖਾਸ ਕਰਕੇ ਤਨਖਾਹਾਂ ਨਹੀਂ ਮਿਲ ਰਿਹਾ ਸੀ, ਅਜੇ ਕੀ ਪੈਸੇ ਦੀ ਬਹੁਤ ਘਾਟ ਹੈ। ਦੇਖੋ ਇਹ ਮੈਨੂੰ ਲੱਗਦਾ ਵੀ ਪਹਿਲੀ ਸਰਕਾਰ ਆ, ਜੇ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਕੱਚੇ ਮੁਲਾਜ਼ਮ ਪੱਕੇ ਕੀਤੇ, ਕੋਈ ਵੋਟਾਂ ਨਹੀਂ ਨੇੜੇ, ਅਸੀਂ ਨਵੀਆਂ ਨੌਕਰੀਆਂ ਕੱਢ ਰਹੇ ਹਾਂ, ਕੋਈ ਵੋਟਾਂ ਨਹੀਂ ਨੇੜੇ, ਅਸੀਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ, 3 ਲੱਖ ਬੱਚੇ ਨੇ ਪਾਰਟਿਸਿਪੇਟ ਕੀਤਾ, ਕੋਈ ਵੋਟਾਂ ਨਹੀਂ ਨੇੜੇ ਵੀ ਕਬੱਡੀ ਵਰਲਡ ਕੱਪ ਕਰਵਾਤਾ। ਇਹ ਸਾਰਾ ਕੁਝ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇੰਟੈਂਸ਼ਨ ਸਾਫ਼ ਹੈ। ਪਿਛਲੀ ਸਰਕਾਰ ਨੇ ਬੜਾ ਰੌਲਾ ਪਾਇਆ ਸੀ, ਪੈਸੇ ਜਾ ਕੇ ਕਦੋਂ ਦਿੱਤੇ, ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਤੇ ਵੋਟਾਂ ਲੈਂਦਾ ਸੀ 1.5 ਮਹੀਨਾ, ਤੇ ਅਸੀਂ ਐਤਕੀ ਹੀ ਜਿੰਨਾ ਯੂਨੀਵਰਸਿਟੀ ਦਾ ਖਰਚਾ ਹੈ ਅਸੀਂ ਸਾਰੇ ਪੈਸੇ ਪਹਿਲਾਂ ਜਿਹੜੇ ਆ ਉਹ ਦਿੱਤੇ ਆ, ਤਕਰੀਬਨ 220 ਕਰੋੜ ਰੁਪਇਆ। ਤੇ ਅਗਲੇ ਸਾਲ ਵੀ, ਕਿਉਂਕਿ ਇਹ ਜ਼ਿੰਮੇਵਾਰੀ ਸਾਡੀ ਹੈ, ਜਿੱਥੇ ਜਿਹੜੀ ਯੂਨੀਵਰਸਿਟੀ ਹੈ, ਜਿੱਥੇ ਕਹਿ ਲਓ ਨਵੀਂ ਸੋਚ ਨੇ ਜਨਮ ਲੈਣਾ, ਜਿੱਥੇ ਐਕਸਚੇਂਜ ਆਫ ਆਈਡੀਆਜ਼ ਹੋਣਾ, ਜਿੱਥੇ ਰਿਸਰਚ ਹੋਣਾ, ਜੇ ਉਹਨੂੰ ਪੈਸੇ ਨਹੀਂ ਦੇਵਾਂਗੇ, ਉਹ ਕਰਜ਼ੇ 'ਚ ਰਹੂਗੀ, ਤਾਂ ਕਿਸ ਤਰ੍ਹਾਂ ਤੁਹਾਡਾ ਸੂਬਾ ਜਿਹੜਾ ਉਹ ਤਰੱਕੀ ਕਰੂਗਾ। ਸੋ ਇਸ ਗੱਲ ਨੂੰ ਸਾਡੇ CM ਸਾਹਿਬ ਸਮਝਦੇ ਆ ਤੇ ਯੂਨੀਵਰਸਿਟੀ ਨੂੰ ਅਸੀਂ ਕਿਸੇ ਵੀ ਪੈਸੇ ਤੋਂ ਜ਼ਿਆਦਾ ਹੋਰ ਕੀ ਯੋਜਨਾ ਬਣਾਈ ਜਾਏਗੀ ਸੁਧਾਰ ਲਿਆਉਣ ਲਈ। ਕੋਈ ਸਿਰਫ ਪੈਸਾ ਨਹੀਂ ਹੁੰਦਾ, ਪੈਸਾ ਭਾਵੇਂ ਆ ਵੀ ਜਾਏ, ਜਦ ਤੱਕ ਉਹਨੂੰ ਘੜਿਆ ਨਾ ਜਾਵੇ ਉਸ ਚੀਜ਼ ਨੂੰ, ਕਿੱਦਾਂ ਚੇਂਜ ਕਿੱਦਾਂ ਆਏਗੀ। ਤੁਸੀਂ ਆਪਣੇ ਤਜਰਬੇ ਤੋਂ ਕੀ ਸਿੱਖਿਆ ਕਿ ਪੰਜਾਬ ਦੇ ਟੀਚਰਾਂ ਵਿੱਚ, ਅਧਿਆਪਕਾਂ ਵਿੱਚ ਸਿੱਖਣ ਟੀਚਰ ਹੈ ਹੀ ਨਹੀਂ ਜੀ। 2000 ਦੀ ਜਗ੍ਹਾ 300 ਹੈ। ਤੁਸੀਂ ਦੇਖੋ ਵੀ ਸਾਨੂੰ ਹੁਣ ਪੰਜਾਬੀ ਯੂਨੀਵਰਸਿਟੀ ਹੋ ਜਾਏ, ਉਹਦੇ ਵਿੱਚ ਉੱਥੇ ਤਾਂ ਹੋਣਗੇ। ਹੁਣ ਬੱਚਾ ਹੈ, ਉਹਨੇ ਐਡਮਿਸ਼ਨ ਲੈ ਲਈ ਇਕਨੋਮਿਕਸ ਦੇ ਵਿੱਚ, ਹੈ ਨਾ, ਉਹਨੇ ਵਿੱਚ ਐਡਮਿਸ਼ਨ ਲੈ ਲਈ, BCom ਕਰਨਾ ਚਾਹੁੰਦਾ ਉਹ, ਤੇ ਪ੍ਰੋਫੈਸਰ ਹੈ ਨਹੀਂ BCom ਦਾ, ਕੀ ਉੱਥੇ ਹੋਊਗਾ। MA ਇਕਨੋਮਿਕਸ ਕਰਨਾ ਚਾਹੁੰਦਾ, ਇਕਨੋਮਿਕਸ ਦਾ ਪ੍ਰੋਫੈਸਰ ਹੈ ਨਹੀਂ, ਕੀ ਉੱਥੇ ਹੋਊਗਾ। ਸੋ ਦੇਖੋ ਅਸੀਂ ਨਵੇਂ ਕੋਰਸਸ ਵੀ ਸ਼ੁਰੂ ਕਰ ਰਹੇ ਹਾਂ ਜਿਨ੍ਹਾਂ ਦੀ ਅੱਜ ਸਮੇਂ ਦੀ ਜ਼ਰੂਰਤ ਹੈ, ਕਿਉਂਕਿ ਜੋ ਅੱਜ ਇੰਡਸਟਰੀ ਦੀ ਡਿਮਾਂਡ ਹੈ, ਜੋ ਤੁਹਾਡੇ ਆਲੇ ਦੁਆਲੇ ਦੀ ਡਿਮਾਂਡ ਹੈ, ਤੁਹਾਨੂੰ ਉਹ ਕੋਰਸਿਸ ਸ਼ੁਰੂ ਕਰਨੇ ਪੈਣਗੇ। ਅੱਜ ਤੁਸੀਂ ਦੇਖੋ ਪੰਜਾਬ ਜਿਹੜੇ ਖਾਸ ਤੌਰ ਤੇ ਸਕਿਲਡ ਜਿਹੜੇ ਵਰਕਰ ਇੰਡਸਟਰੀ 'ਚ ਕੰਮ ਕਰਦੇ ਆ, ਉਹ ਦੂਸਰੇ ਸੂਬਿਆਂ ਤੋਂ ਆ ਕੇ ਤੇ ਕੰਮ ਕਰ ਰਹੇ ਆ। ਕੀ ਪੰਜਾਬ 'ਚ ਜੋ ਇੰਡਸਟਰੀ ਚਾਹੁੰਦੀ ਹੈ ਅਸੀਂ ਉਸ ਤਰ੍ਹਾਂ ਦੀ ਪੜ੍ਹਾਈ ਜਿਹੜੀ ਆ ਉਹ ਨਹੀਂ ਕਰਵਾ ਸਕਦੇ। ਇੰਡਸਟਰੀ ਨਾਲ ਲਿੰਕ ਕਰ ਰਹੇ ਹੋ? ਹਾਂ, ਅਸੀਂ ਉਹ ਕਰਵਾ ਰਹੇ ਹਾਂ ਜੀ। ਸੋ ਦੀ ਇੰਟਰਨਸ਼ਿਪ ਵੀ ਕਰਾਓਗੇ ਤਾਂ ਕਿ ਇੰਡਸਟਰੀ ਵਿੱਚ ਇੱਕ ਮੌਕਾ ਮਿਲ ਜਾਏ? ਜ਼ਰੂਰ ਕਰਵਾਵਾਂਗੇ ਜੀ, ਜ਼ਰੂਰ ਕਰਵਾਵਾਂਗੇ। ਘੱਟੋ ਘੱਟ ਜਿੰਨੀ ਪੰਜਾਬ 'ਚ ਆਲਰੇਡੀ ਇੰਡਸਟਰੀ ਆ, ਅਸੀਂ ਹੋਰ ਵੀ ਲਿਆ ਰਹੇ ਹਾਂ, ਉੱਥੇ ਦਾ ਕੰਮ ਜਿਹੜੇ ਪੰਜਾਬ ਦੇ ਬੱਚੇ ਉਹਨਾਂ ਨੂੰ ਮਿਲੇ ਨਾ। ਸੋ ਇੱਕ ਭਾਸ਼ਾ ਦਾ ਬੜਾ ਵਿਵਾਦ ਚੱਲ ਰਿਹਾ ਹੈਗਾ। ਹੁਣ ਇੱਕ ਅਮਿਤ ਸ਼ਾਹ ਜੀ ਨੇ ਇੱਕ ਰਿਪੋਰਟ ਵੀ ਸਾਂਝੀ ਕੀਤੀ ਹੈ ਰਾਸ਼ਟਰਪਤੀ ਨਾਲ, ਜਿਨ੍ਹਾਂ ਨੇ ਕਿਹਾ ਕਿ ਸਾਰੀ ਤਕਨੀਕੀ ਤੇ ਗੈਰ ਤਕਨੀਕੀ ਤੇ ਭਾਸ਼ਾ ਹਿੰਦੀ ਜਾਂ ਲੋਕਲ ਭਾਸ਼ਾ ਵਿੱਚ। ਤੁਸੀਂ ਕੀ ਮੰਨਦੇ ਹੋ ਕਿ ਅਸੀਂ ਉਸ ਲੈਵਲ ਤੇ ਜਾ ਸਕਦੇ ਹਾਂ ਕਿ ਭਾਵੇਂ ਅਸੀਂ ਪੰਜਾਬੀ 'ਚ ਹੀ ਕਰਾ ਲਈਏ, ਕਿ ਇੰਗਲਿਸ਼ ਨੂੰ ਹਟਾ ਦੇਣਾ ਚਾਹੀਦਾ ਪੂਰੀ ਤਰ੍ਹਾਂ? ਅਸੀਂ 1 ਤਰੀਕ ਨੂੰ ਦੇਖੋ ਬਹੁਤ ਵੱਡੀ ਮੁਹਿੰਮ ਪੰਜਾਬ ਦੇ ਵਿੱਚ ਸ਼ੁਰੂ ਕਰ ਰਹੇ ਹਾਂ, ਜਿੱਦਣ ਪੰਜਾਬ ਡੇ ਹੈ, ਤੇ ਆਉਣ ਵਾਲੇ ਸਮੇਂ 'ਚ, ਕਿਉਂਕਿ ਇਹਨੂੰ ਵੀ ਨਾ ਅਸੀਂ ਕੋਈ ਕਹਿ ਲਓ ਵੀ ਸਿੱਧਾ ਸਖਤੀ ਨਾਲ ਨਹੀਂ ਕਰਨਾ ਚਾਹੁੰਦੇ,
ਅਸੀਂ ਇਹ ਵੀ ਚਾਹੁੰਦੇ ਹਾਂ ਕਿ ਲੋਕ ਇਹਦੇ 'ਚ ਪਾਰਟਿਸਿਪੇਟ ਕਰਨ, ਕਿਉਂਕਿ ਪੰਜਾਬ ਇਕੱਲੇ ਭਗਵੰਤ ਮਾਨ ਜੀ ਦਾ ਥੋੜ੍ਹੀ ਹੈ। ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨਾ ਸਿਰਫ ਮੰਤਰੀ ਦਾ ਥੋੜ੍ਹੀ ਕੰਮ ਹੈ। ਕਿ ਅਸੀਂ ਸਾਰੇ ਪੰਜਾਬੀ ਨੂੰ ਪਿਆਰ ਕਰਦੇ ਹਾਂ, ਮਾਂ ਬੋਲੀ ਨੂੰ ਪਿਆਰ ਕਰਦੇ ਹਾਂ, ਤਾਂ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ। ਤੁਸੀਂ ਕਈ ਸੂਬਿਆਂ 'ਚ ਜਾਓਗੇ, ਤੁਸੀਂ ਉੱਥੇ ਦੇਖੋਗੇ ਕੋਈ ਤੁਹਾਨੂੰ ਇਦਾਂ ਦੀ ਦੁਕਾਨ ਨਹੀਂ ਮਿਲੂ ਜਿੱਥੇ ਉੱਥੇ ਲੋਕਲ ਭਾਸ਼ਾ 'ਚ ਨਾ ਲਿਖਿਆ ਹੋਵੇ। ਕੋਈ ਇਦਾਂ ਦਾ ਵੱਡੇ ਤੋਂ ਵੱਡਾ ਮਾਲ ਨਹੀਂ ਮਿਲੂਗਾ ਜਿੱਥੇ ਲੋਕਲ ਭਾਸ਼ਾ 'ਚ ਨਾ ਲਿਖਿਆ ਹੋਵੇ, ਥੱਲੇ ਅੰਗਰੇਜ਼ੀ, ਉੱਪਰ ਜਿਹੜੀ ਲੋਕਲ ਭਾਸ਼ਾ। ਜਦੋਂ ਹੋਰ ਸੂਬੇ ਕਰ ਸਕਦੇ ਤਾਂ ਸਾਡਾ ਪੰਜਾਬ ਕਿਉਂ ਨਹੀਂ ਕਰ ਸਕਦਾ? ਸੋ ਅਸੀਂ 1 ਤਰੀਕ ਤੋਂ ਇਹ ਬਹੁਤ ਵੱਡੀ ਮੁਹਿੰਮ ਪੰਜਾਬ ਦੇ ਵਿੱਚ ਸ਼ੁਰੂ ਕਰ ਰਹੇ ਹਾਂ ਅਤੇ ਅਸੀਂ ਮੋਟੀਵੇਟ ਕਰਾਂਗੇ ਕਿ ਕੋਈ ਵੀ ਸਰਕਾਰੀ, ਗੈਰ ਸਰਕਾਰੀ, ਕੋਈ ਦੁਕਾਨ, ਕੋਈ ਵੱਡਾ ਮਾਲ, ਸਾਰਿਆਂ ਦੇ ਬਾਹਰ ਜਿਹੜੀ ਪੰਜਾਬੀ ਹੈ ਉਹ ਲਾਜ਼ਮੀ ਜਿਹੜੀ ਆ ਅਸੀਂ ਕਰਾਂਗੇ। ਪਰ ਅਸੀਂ ਸਖਤੀ ਵੱਲ ਨਹੀਂ ਜਾਣਾ ਚਾਹੁੰਦੇ ਕਿ ਸਾਨੂੰ ਮਤਲਬ ਕਿ ਮੈਨੂੰ ਆਪ ਨੂੰ ਬੜਾ ਐਂਬੈਰਸਿੰਗ ਲੱਗਦਾ ਕਿ ਪੰਜਾਬੀ ਨੂੰ ਪੰਜਾਬ 'ਚ ਲਿਖਾਉਣ ਲਈ ਵੀ ਸਾਨੂੰ ਫਾਈਨ ਪਾਉਣਾ ਪਊਗਾ। ਅਸੀਂ ਲੋਕਾਂ ਨੂੰ ਬੇਨਤੀ ਕਰਾਂਗੇ ਵੀ ਲੋਕ ਆਪਦੇ ਆਪ ਜਿਹੜਾ ਉਹਨੂੰ ਅਡਾਪਟ ਕਰਨ। ਜੇ ਕੋਈ ਨਹੀਂ ਕਰੂਗਾ ਜ਼ਿਆਦਾ, ਫਿਰ ਭਾਈ ਉਹਦੇ 'ਤੇ ਫਿਰ ਸਖਤੀ ਵੀ ਕਰਾਂਗੇ, ਉਹਦੇ 'ਤੇ ਫਾਈਨ ਵੀ ਲਾਵਾਂਗੇ। ਤੁਸੀਂ ਫਾਈਨ ਲਾਣਾ ਸ਼ੁਰੂ ਕਰਤੇ ਪਰਾਲੀ ਸਾੜਨ ਤੇ? ਨਹੀਂ, ਬਿਲਕੁਲ ਨਹੀਂ ਲਾਇਆ। ਦੱਸੋ ਕਿਸ ਤੇ ਲਾਇਆ? ਸੁਣਿਆ ਅੱਜ ਮੈਂ ਖਬਰ ਕਿਸੇ ਅਖਬਾਰ ਦੀ ਨਹੀਂ, ਪੜ੍ਹ ਰਹੀ ਅਸੀਂ ਸੀ। ਤਾਂ ਜਿੱਦਣ ਸੈਂਟਰ ਦੇ এনवायरमेंट ਮਿਨਿਸਟਰ ਸੀ, ਇਸ ਤਾਂ ਉਲਟਾ ਮੈਂ ਉਹਨਾਂ ਨੂੰ ਕਿਹਾ, ਮੈਂ ਗੁਜਰਾਤ ਜਾ ਕੇ ਵੀ ਜਿੱਦਣ ਵਾਤਾਵਰਨ ਮੰਤਰੀਆਂ ਦੀ ਮੀਟਿੰਗ ਸੀ ਇਹੀ ਪੱਖ ਰੱਖਿਆ, ਤੇ ਇੱਥੇ ਵੀ ਇਹੀ ਪੱਖ ਰੱਖਿਆ ਵੀ ਜੀ ਸਾਡੇ ਕਿਸਾਨ, ਸਾਡੇ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ, ਅਸੀਂ ਫਿਰ ਵੀ ਕਿਉਂਕਿ ਖੇਤੀ ਪ੍ਰਧਾਨ ਸੂਬਾ ਸਾਡਾ, ਅਸੀਂ 500 ਰੁਪਇਆ ਦੇਣ ਨੂੰ ਤਿਆਰ ਆ, ਪਰ ਸੈਂਟਰ ਸਰਕਾਰ ਕੋਲ ਤਾਂ ਬੜਾ ਪੈਸਾ, 1500 ਤੁਸੀਂ ਦੇ ਦਿਓ। ਕੋਈ ਆਪਾਂ ਕਿਸਾਨਾਂ ਦੀ ਬਾਹ ਫੜੀਏ, ਕਿਉਂਕਿ ਕਿਸਾਨ ਦਾ ਕਿਹੜਾ ਕੋਈ ਜਿਵੇਂ ਨਾ ਜੀ ਭਾਸ਼ਾ ਕਰਦਾ। ਦਾ ਹੱਲ ਹੈ ਨਾ ਵਾਤਾਵਰਨ ਦਾ ਹੱਲ ਹੈ ਕਿ ਅਸੀਂ ਫਾਈਨ ਲਾ ਦਈਏ। ਹੱਲ ਇਸ ਮੇਰੇ ਖਿਆਲ ਇਸ ਸੀਜ਼ਨ ਵਿੱਚ ਦੇਖਿਆ ਕਿ ਨਹੀਂ, ਕਿਸਾਨਾਂ ਨੂੰ ਨਹੀਂ, ਬੜਾ ਇਫੈਕਟ ਦੇਖੋ ਐਸੀ ਗੱਲ ਨਹੀਂ ਪੈ ਰਿਹਾ ਹੈ, ਪਹਿਲਾਂ ਨਾਲੋਂ ਐਤਕੀ ਬਹੁਤ ਘੱਟ। ਹੋਰ 10 ਦਿਨਾਂ ਦੀ ਗੱਲ ਹੈ ਕਿ ਦੀਵਾਲੀ ਦੇ ਪਟਾਕੇ ਚੱਲਣੇ, ਦਿੱਲੀ ਤੋਂ ਰੌਲਾ ਪੈਣਾ ਸ਼ੁਰੂ ਹੋ ਜਾਣਾ ਹੈ। ਫਿਰ ਉਹ ਦੀਵਾਲੀ ਦੇ ਪਟਾਕੇ ਵੀ ਅਸੀਂ ਕਹਦਾ ਵੀ ਗ੍ਰੀਨ ਪਟਾਕੇ ਇਕੱਲੇ ਚਲਾਉਣੇ ਆ। ਦੇਖੋ ਉਹ ਚੰਡੀਗੜ੍ਹ ਹਮੇਸ਼ਾ ਕਰਦਾ ਹੈ, ਚੰਡੀਗੜ੍ਹ ਵਿੱਚ ਤਾਂ ਬੜੀ ਸਖਤੀ ਹੁੰਦੀ, ਉੱਥੇ ਤਾਂ ਫਾਈਨ ਲਾਉਂਦੇ, ਜਿਹੜੇ ਫालतू ਪਟਾਕਾ ਚੱਲ ਗਿਆ ਤੇ ਫਾਈਨ ਬੜਾ ਹੁੰਦਾ। ਤੁਸੀਂ ਪੰਜਾਬ ਵਿੱਚ ਸਮਝੋ ਕੱਲਾ ਫਾਈਨ ਲਾਉਣਾ ਹੱਲ ਨਹੀਂ। ਜਿੰਨਾ ਟਾਈਮ ਨਾਲ ਕੋਈ ਮੂਵਮੈਂਟ, ਲੋਕਾਂ ਦੀ ਮੂਵਮੈਂਟ ਨਹੀਂ ਬਣਦੀ। ਅੱਜ ਮੈਂ ਤੁਹਾਡੇ ਕੋਲ ਆ ਰਹੇ ਹਾਂ, ਅਸੀਂ ਸਪੀਕਰ ਸਾਹਿਬ ਨੇ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦੇ, ਅਸੀਂ 100 ਕਿਸਾਨ ਵਿਧਾਨ ਸਭਾ ਬੁਲਾਇਆ ਸੀ, ਉੱਥੇ ਬੁਲਾ ਕੇ ਸਨਮਾਨਿਤ ਕੀਤਾ। ਮੈਂ ਦਿੱਲੀ ਵੀ ਇਹ ਪੱਖ ਰੱਖਿਆ ਕਿ ਜੀ ਜਿੰਨਾ ਟਾਈਮ ਮੈਂ ਗੁਜਰਾਤ ਜਿੱਥੇ ਸੈਂਟਰ ਦੇ ਮਿਨਿਸਟਰ ਆਏ ਸੀ, ਕਿ ਜਿੰਨਾ ਟਾਈਮ ਲੋਕਾਂ ਦੀ ਮੂਵਮੈਂਟ ਨਹੀਂ ਬਣਾਉਂਦੇ। ਗੁਜਰਾਤ ਅੱਜ ਕੱਲ੍ਹ ਬੜਾ ਪੰਜਾਬ ਵਾਲੇ ਘੁੰਮਦੇ ਨੇ, ਉਹ ਕਿਉਂਕਿ ਉਹਨਾਂ ਨੇ ਇਲੈਕਸ਼ਨ ਕਰਕੇ ਸਾਰੀਆਂ ਮੀਟਿੰਗਾਂ ਹੀ ਉੱਥੇ ਕਰਾਉਂਦੀ ਹੈ ਸੈਂਟਰ ਸਰਕਾਰ ਨਾ, ਤਾਂ ਕਰਕੇ ਸਾਨੂੰ ਵੀ ਉੱਥੇ ਜਾਣਾ ਪੈਂਦਾ। ਕੇਂਦਰ ਬੁਲਾਉਂਦੀ ਹੈ, ਕੇਂਦਰ ਵਾਲੇ ਸਾਰੀ ਮੀਟਿੰਗਸ ਉੱਥੇ ਕਰਵਾਉਂਦੇ ਆ। ਅੱਛਾ, ਕਿਹਾ ਜਾਂਦਾ ਕਿ ਪੰਜਾਬ ਵਾਲੇ ਘੁੰਮਣ ਚਲੇ ਜਾਂਦੇ ਗੁਜਰਾਤ? ਨਹੀਂ, ਚਲੋ ਨੋ ਡਾਊਟ ਅਸੀਂ ਪ੍ਰਚਾਰ ਕਰਨ ਵੀ ਉੱਥੇ ਸਾਡੀ ਲੀਡਰਸ਼ਿਪ ਜਾਂਦੀ ਹੈ, ਸਾਰੀਆਂ ਹੀ, ਕਿਉਂਕਿ ਹਰੇਕ ਪੋਲੀਟੀਕਲ ਪਾਰਟੀ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਲਈ ਲੀਡਰ ਜਾਂਦੇ ਆ। ਪਰ ਸਾਰੇ ਜਿਹੜੇ ਸੈਂਟਰ ਦੇ ਪ੍ਰੋਗਰਾਮ ਉੱਥੇ, ਕਿਉਂਕਿ ਮੇਰੇ ਕੋਲ ਤਾਂ 5 ਡਿਪਾਰਟਮੈਂਟ ਹੈ, ਮੈਨੂੰ ਲੱਗਦਾ 10-15 ਦਿਨਾਂ ਬਾਅਦ ਕੋਈ ਨਾ ਕੋਈ ਮੀਟਿੰਗ ਜਿਹੜੀ ਆ ਉੱਥੇ ਆਈ ਰਹਿੰਦੀ ਹੈ, ਤਾਂ ਸੂਬੇ ਦਾ ਪੱਖ ਰੱਖਣ ਜਾਣਾ। ਮੈਂ ਉੱਥੇ ਵੀ ਰੱਖ ਕੇ ਆ, ਮੈਂ ਉੱਥੇ ਵੀ ਕਿਹਾ ਅਸੀਂ, ਕਿਉਂਕਿ ਇਹਦੇ ਇਨੀਸ਼ੀਏਟਿਵ ਤੇ ਐਕਸੀਕਿਊਟਿਵ ਮੈਨੇਜਮੈਂਟ, ਕਿਉਂਕਿ ਜਿਹੜਾ ਪਰਾਲੀ ਦਾ ਹੱਲ ਹੈ, ਐਕਸੀਕਿਊਟਿਵ ਮਤਲਬ ਕਿ ਤੁਸੀਂ ਪਰਾਲੀ ਨੂੰ ਉੱਥੋਂ ਉਹਦੇ ਬੰਡਲਸ ਬਣਾ ਕੇ ਉੱਥੋਂ ਬਾਹਰ ਜਾ ਕੇ, ਚਾਹੇ ਉਹਨੂੰ ਐਜ਼ ਫਿਊਲ ਯੂਜ਼ ਕਰੇ ਇੰਡਸਟਰੀ, ਚਾਹੇ ਭੱਠੇ ਵਾਲੇ ਯੂਜ਼ ਕਰਨ, ਹੈ ਨਾ। ਇਹ ਮਤਲਬ ਕਿ ਇੱਕ ਫਾਰਮੂਲਾ। ਦੂਸਰਾ ਇਨੀਸ਼ੀਏਟਿਵ ਕਿ ਖੇਤ ਦੇ ਵਿੱਚ ਹੀ ਉਹਨੂੰ ਜਿਹੜਾ ਨਸ਼ਟ ਹੈ ਉਹ ਕਰਨਾ, ਉਹ ਪੰਜਾਬ ਆਲਰੇਡੀ ਕਰ ਰਿਹਾ ਹੈ। ਪੰਜਾਬ 'ਚ ਵੱਡੀ ਇੰਡਸਟਰੀ ਅਸੀਂ ਬੜੇ ਨੇ ਜਿਹੜੇ ਬੋਇਲਰਸ ਲਗਾ ਰਹੇ ਆ, ਜਿਨ੍ਹਾਂ 'ਚ ਐਜ਼ ਫਿਊਲ ਯੂਜ਼ ਹੋ ਰਹੀ ਹੈ। ਮੈਂ ਪਿਛਲੇ ਦਿਨੀ ਅਮਲੋ ਇੱਕ ਇੰਡਸਟਰੀ 'ਚ ਵਿਜ਼ਿਟ ਵੀ ਕਰਕੇ ਆਇਆ। ਅਸੀਂ ਭੱਠੇ ਵਾਲਿਆਂ ਨੂੰ ਵੀ ਲਾਜ਼ਮੀ ਕਰ ਰਹੇ ਹਾਂ ਕਿ 20% ਜਿਹੜਾ ਪਰਾਲੀ ਦੇ ਪੈਲਟਸ ਬਣਦੇ ਆ, ਤੁਸੀਂ ਉਹਨੂੰ ਐਜ਼ ਫਿਊਲ ਜਿਹੜਾ ਯੂਜ਼ ਕਰਨਾ। ਪਰ ਇਹਦੇ ਨਾਲ ਵੀ ਕਿਉਂਕਿ ਹੱਲ ਨਹੀਂ ਹੋ ਸਕਦਾ, ਕਿਉਂਕਿ ਜੇ ਹੁਣ 200 ਲੱਖ ਟਨ ਪਰਾਲੀ ਪੰਜਾਬ 'ਚ ਹਰ ਸਾਲ ਹੁੰਦੀ ਹੈ, ਐਕਸੀਕਿਊਟਿਵ ਨਾਲ ਅਸੀਂ ਜ਼ਿਆਦਾ ਤੋਂ ਜ਼ਿਆਦਾ 10 ਤੋਂ 15% ਜਿਹੜੀ ਪਰਾਲੀ ਦੀ ਵਰਤੋਂ ਕਰ ਸਕਦੇ ਹਾਂ। ਸਾਨੂੰ ਇਨੀਸ਼ੀਏਟਿਵ ਕਰਨਾ ਪਊ। ਪੰਜਾਬ 'ਚ ਦਿੱਕਤ ਇਹ ਹੈ ਕਿਉਂਕਿ ਅਸੀਂ ਦਿੱਲੀ 'ਚ ਉਹ ਜਿਹੜਾ ਡੀਕੰਪੋਜ਼ਰ ਸੀ ਉਹਦੇ ਨਾਲ ਕਰ ਰਹੇ ਸੀ, ਕਿਉਂਕਿ ਉੱਥੇ ਨਾ ਜਿਹੜਾ ਵਿੰਡੋ ਹੈ ਉਹ ਘੱਟੋ ਘੱਟ 20-25 ਦਿਨ ਦੀ ਹੁੰਦੀ ਹੈ। ਹਾਂ, ਇਹ ਕਿਸਾਨ ਕਹਿੰਦੇ ਸਾਨੂੰ ਟਾਈਮ ਬਹੁਤ ਕਮ ਆਉਂਦਾ। ਪੰਜਾਬ 'ਚ ਸਿਰਫ 5 ਦਿਨ ਦਾ ਸਮਾਂ, 5 ਦਿਨ 'ਚ ਉਹ ਡੀਕੰਪੋਜ਼ਰ ਨਾਲ ਹੋ ਨਹੀਂ ਸਕਦਾ। ਸੋ ਇੱਥੇ ਸਾਨੂੰ, ਕਿਉਂਕਿ ਅਸੀਂ ਹੁਣ ਤਕਰੀਬਨ 1.25 ਲੱਖ ਮਸ਼ੀਨਰੀ ਵੀ ਪੰਜਾਬ ਦੇ ਕਿਸਾਨਾਂ ਨੂੰ ਪ੍ਰੋਵਾਈਡ ਕਰਵਾਈ ਹੈ। ਬਹੁਤ ਕਿਸਾਨ ਨੇ, ਉਹ ਹਰ ਬੰਦੇ ਨੂੰ ਇੱਕ ਮਸ਼ੀਨ ਤਾਂ ਤੁਸੀਂ ਦੇ ਨਹੀਂ ਸਕਦੇ। ਦੇਖੋ ਉਹਦੇ ਲਈ ਸਾਨੂੰ ਹੁਣ ਦੇਖੋ ਇੰਨਾ ਪੰਜਾਬ ਕੋਲੇ ਪੈਸਾ ਵੀ ਨਹੀਂ। ਮਤਲਬ ਕਿ ਤੁਸੀਂ ਦੇਖੋ ਵੀ ਅਸੀਂ ਇੱਕ ਐਪ ਡਿਵੈਲਪ ਕੀਤੀ ਹੈ ਨਵੀਂ, ਜਸਟ ਲਾਈਕ ਊਬਰ। ਜਿਵੇਂ ਊਬਰ 'ਚ ਤੁਹਾਨੂੰ ਇੱਥੇ ਆਪਾਂ ਨੂੰ ਬੈਠਿਆਂ ਨੂੰ, ਹਾਂ, ਇੱਥੇ ਬੈਠੇ ਆਪਾਂ ਦੇਖ ਸਕਦੇ ਹਾਂ ਕਿੱਥੇ ਕੋਈ ਟੈਕਸੀ ਅਵੇਲੇਬਲ ਹੈ। ਆਈ ਅਸੀਂ ਇੱਕ ਐਪ ਡਿਵੈਲਪ ਕੀਤੀ ਹੈ ਵੀ ਕਿਸਾਨ ਨੂੰ ਪਤਾ ਲੱਗ ਜੂ ਵੀ ਮੇਰੇ ਤੋਂ 2 ਕਿਲੋਮੀਟਰ ਦੂਰ, 4 ਕਿਲੋਮੀਟਰ ਦੂਰ ਮਸ਼ੀਨ ਹੈ ਤੇ ਉਹ ਮੈਨੂੰ ਪਰਸੋਂ ਨੂੰ ਜਿਹੜੀ ਹੈ ਉਹ ਮਿਲ ਸਕਦੀ ਹੈ। ਸੋ ਬੜੇ ਕਿਸਾਨ ਉਹਨੂੰ ਯੂਜ਼ ਜਿਹੜਾ ਉਹਨਾਂ ਨੇ ਕਰਨਾ ਜਿਹੜਾ ਸ਼ੁਰੂ ਵੀ ਕਰ ਦਿੱਤਾ, ਤੇ ਅਸੀਂ ਹਰ ਬਲਾਕ ਤੇ 5 ਮਸ਼ੀਨਾਂ ਬਿਲਕੁਲ ਫ੍ਰੀ ਆਫ ਕਾਸਟ ਵੀ ਦੇ ਰਹੇ ਹਾਂ ਕਿ ਜਿਹੜੀ ਗਰੀਬ ਕਿਸਾਨ ਕੋਈ ਵਰਤੋਂ ਹੈ ਜਿਹੜੀ ਉਹ ਕਰ ਸਕੇ। ਦੇਖੋ ਹੁਣ ਇੱਕ ਇੱਕ ਕਰਕੇ ਕਰ ਸਕਦੇ ਹਾਂ ਅਸੀਂ ਲਗਾਤਾਰ। ਤੁਸੀਂ ਦੇਖੋ ਵੀ, ਹਾਂ ਤੁਸੀਂ ਦੇਖੋ ਵੀ ਪਹਿਲੀ ਵਾਰ ਹੋਇਆ ਪਰਸੋਂ ਨੂੰ ਸਾਡਾ ਉੱਥੇ ਪ੍ਰੋਗਰਾਮ ਵੀ ਹੈ। ਅਸੀਂ ਯੂਨੀਵਰਸਿਟੀ ਦੇ ਬੱਚਿਆਂ ਨੂੰ ਵਿੱਚ ਇਨਵੋਲਵ ਕਰ ਰਹੇ ਹਾਂ। ਅਸੀਂ GNDU ਪੰਜਾਬੀ ਯੂਨੀਵਰਸਿਟੀ,
ਕਿ ਕਿਉਂਕਿ ਉੱਥੇ ਜ਼ਿਆਦਾਤਰ ਜਿਹੜੇ ਬੱਚੇ ਪੜ੍ਹਦੇ ਕਿਸਾਨਾਂ ਦੇ ਬੱਚੇ ਹੀ ਆ ਨਾ, ਕਿ ਉਹ ਜਾ ਕੇ ਪਿੰਡਾਂ 'ਚ ਮੋਟੀਵੇਟ ਕਰਨ, ਕਿਉਂਕਿ ਜਿੰਨਾ ਟਾਈਮ ਇਹ ਲੋਕਾਂ ਦੀ ਮੂਵਮੈਂਟ ਨਹੀਂ ਨਾ ਬਣਦੀ ਉਨਾ ਟਾਈਮ ਇਹਦਾ ਹੱਲ ਨਹੀਂ ਹੋ ਸਕਦਾ। ਤੇ ਕਿਸਾਨ ਵੀ ਵਿਚਾਰੇ ਇਹ ਚਾਹੁੰਦੇ ਆ, ਸਿਰਫ ਉਹਨਾਂ ਨੂੰ ਗਾਈਡ ਕਰਨ ਦੀ ਜ਼ਰੂਰਤ ਹੈ। ਤੁਹਾਡਾ ਇੱਕ ਹੋਰ ਮੰਤਰਾਲਾ ਸਪੋਰਟਸ ਤੇ ਜਵਾਨੀ ਖੇਤਾਂ ਵਧਣਤੀਆਂ ਤੇ ਕਰਾਤੀਆਂ, ਬਟ ਅਸੀਂ ਇਹ ਵੇਖਦੇ ਆ ਰਹੇ ਹਾਂ ਕਿ ਜਿਹੜੇ ਬੱਚਿਆਂ ਨੂੰ ਅਸੀਂ ਸਪੋਰਟਸ ਜਾਂ ਜਿਮ ਵਿੱਚ ਕਾਫੀ ਗੈਂਗਸਟਰ, ਮੈਜੋਰਿਟੀ ਆਫ ਗੈਂਗਸਟਰਸ ਉੱਥੋਂ ਹੀ ਦੁਖੀ ਆ ਕੇ ਉੱਥੇ ਆਏ ਹੋਏ ਨੇ। ਸੋ ਤੁਸੀਂ ਇਹ ਕੀ ਕਰ ਰਹੇ ਹੋ ਇਨਸ਼ੋਰ ਕਰਨ ਲਈ ਕਿ ਜਿਹੜੇ ਡੋਲੇ ਆ ਜਾਂਦੇ ਹੈ ਅੱਗੇ ਬੰਦਾ ਪੜ੍ਹਾਈ ਵੱਲ ਨਹੀਂ ਜਾਂਦਾ, ਪਰ ਉਹਦੇ ਅੱਗੇ ਉਹਨੂੰ ਕੋਲ ਕੰਮ ਕਰਨ ਦੀ, ਜਾਂ ਉਹਨਾਂ ਨੂੰ ਤੁਸੀਂ ਜਿਹੜੇ ਸਪੋਰਟਸ ਵਿੱਚ ਜਾਣਗੇ ਉਹਨਾਂ ਨੂੰ ਪੁਲਿਸ ਵਿੱਚ ਥੋੜ੍ਹੀ ਜਿਹੀ ਉਹਨਾਂ ਨੂੰ ਕੁਝ ਦੇ ਰਹੇ ਹੋ, ਕਿਸ ਤਰ੍ਹਾਂ ਉਹਨਾਂ ਨੂੰ ਇਸ ਰਾਹ ਪਾ ਕੇ ਪਰ ਸਿੱਧੇ ਰਾਹ ਵੀ ਰੱਖਣਾ ਪਏਗਾ? ਦੇਖੋ ਨਾ, ਤੁਸੀਂ ਇੱਕ ਗੱਲ ਸਮਝੋ, ਜਿਹੜਾ ਪੰਜਾਬ ਦਾ ਯੂਥ ਹੈ ਬੜਾ ਓਵਰ એનર્ਜੈਟਿਕ ਹੈ ਨਾ, ਤਾਈਓ ਗੁਲਾਮਤਾ ਦੇਸ਼ ਸਾਰਾ ਸੀ, ਪਰ 80% ਕੁਰਬਾਨੀਆਂ ਅਸੀਂ ਦਿੱਤੀਆਂ। 65 ਤੇ 71 ਦੀ ਲੜਾਈ ਹੋਈ, ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਪੰਜਾਬੀਆਂ ਨੇ ਦਿੱਤੀਆਂ, ਕਿਉਂਕਿ ਜਦੋਂ ਅਸੀਂ ਕੁਦਰਤੀ ਜੋਗਰਾਫੀਕਲੀ ਉੱਥੇ ਬੈਠੇ ਹਾਂ, ਜਦੋਂ ਵੀ ਕੋਈ ਹਿੰਦੁਸਤਾਨ 'ਚ ਐਂਟਰ ਕਰਦੇ ਸੀ ਤਾਂ ਮੂਰੇ ਹੋ ਕੇ ਛਾਤੀ ਲੜਨਾ ਪੈਂਦਾ ਹੈ, ਹੁਣ ਕੁਝ ਹੋਰ ਨਹੀਂ ਤਾਂ ਅਸੀਂ ਉਹ ਸਾਡੀ ਜੀਨਸ 'ਚ ਆ ਗਿਆ। ਬਿਲਕੁਲ। ਹੁਣ ਕੋਈ ਇਸ ਤਰ੍ਹਾਂ ਦੀਆਂ ਲੜਾਈਆਂ ਤਾਂ ਹੁੰਦੀਆਂ ਨਹੀਂ, ਜੇ ਤੁਸੀਂ ਯੂਥ ਦੀ એનર્ਜੀ ਜਿਹੜੀ ਓਵਰ એનર્ਜੈਟਿਕ ਹੈ ਉਹਨੂੰ ਸਹੀ ਪਾਸੇ ਚੈਨਲਾਈਜ਼ ਨਹੀਂ ਕਰੋਗੇ, ਉਹਨੂੰ ਰੁਜ਼ਗਾਰ ਨਹੀਂ ਦਿਓਗੇ, ਹੈ ਨਾ, ਉਹਨੂੰ ਤੁਸੀਂ ਖੇਡਾਂ ਵਾਲੇ ਪਾਸੇ ਹੀ ਲਾਓਗੇ, ਤਾਂ ਉਹਨੇ ਪੁੱਠੇ ਸਿੱਧੇ ਕੰਮਾਂ ਜਾਣਾ ਹੀ ਜਾਣਾ, ਉਹਨੇ ਨਸ਼ਿਆਂ ਵੱਲ ਵੀ ਜਾਣਾ। ਖੇਡਾਂ ਤੋਂ ਪੁੱਠੇ ਸਿੱਧੇ ਕੰਮ ਦਾ ਰਸਤਾ ਜ਼ਿਆਦਾ ਤੇਜ਼ ਹੈਗਾ। ਮੈਂ ਉਹੀ ਕਹਿ ਰਿਹਾ, ਉਹ ਇਹ ਸਾਰਾ ਕੁਝ ਮਤਲਬ ਕਿ ਇੱਕ ਦੂਸਰੇ ਨਾਲ ਇੰਟਰਕਨੈਕਟਡ ਹੈ। ਤੁਹਾਨੂੰ ਅਸੀਂ ਦੇਖੋ, ਪਹਿਲੀ ਗੱਲ ਤਾਂ ਜੇ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਪੰਜਾਬ 'ਚ ਸਪੋਰਟਸ ਕਲਚਰ ਜਿਹੜਾ ਉਹ ਰਿਵਾਈਵ ਕਰਨਾ ਪੈਣਾ। ਸਾਡੇ ਪਹਿਲਾਂ ਸੀ 2001 ਤੱਕ ਪੰਜਾਬ ਸੂਬਾ ਨੰਬਰ 1 ਰਿਹਾ ਖੇਡਾਂ ਦੇ ਵਿੱਚ, ਪਰ ਜਦੋਂ ਪਿਛਲੇ ਸਮੇਂ 'ਚ ਜਿਹੜੇ ਕੋਈ ਖੇਡਾਂ 'ਚੋਂ ਮੈਡਲ ਲੈ ਕੇ ਆਉਂਦੇ ਸੀ, ਜੇ ਤਾਂ ਵੋਟਾਂ ਵੇਲੇ ਲੈ ਆਉਂਦੇ ਸੀ ਤਾਂ ਉਹਨੂੰ ਨੌਕਰੀ ਮਿਲ ਜਾਂਦੀ ਸੀ, ਕੈਸ਼ ਫੜ ਮਿਲ ਜਾਂਦਾ ਸੀ। ਜੇ ਕਦੇ ਇਲੈਕਸ਼ਨ ਨੀਅਰ ਨਹੀਂ ਹੁੰਦਾ ਸੀ ਤਾਂ ਕੋਈ ਉਹਨਾਂ ਨੂੰ ਪੁੱਛਦਾ ਹੀ ਨਹੀਂ ਸੀ, ਜਿਹਦੇ ਕਰਕੇ ਉਹ ਪੁੱਠੇ ਪਾਸੇ ਵੀ ਜਾਂਦੇ ਸੀ। ਜਦੋਂ ਨੌਕਰੀ ਨਹੀਂ ਸੀ ਮਿਲਦੀ ਉਹ ਨਸ਼ੇ ਵਾਲੇ ਪਾਸੇ ਵੀ ਜਾਂਦੇ ਸੀ ਤੇ ਗੈਂਗਵਾਰ ਵਾਲੇ ਪਾਸੇ ਵੀ ਜਾਂਦੇ ਸੀ। ਸੋ ਹੁਣ ਦੇਖੋ, ਅਸੀਂ ਜਿੱਥੇ ਦੇਖੋ ਪਹਿਲੀ ਵਾਰ ਹੋਇਆ, ਕੋਈ ਨਿਮਰਤ ਜੀ ਵੋਟਾਂ ਸਿਰ ਤੇ ਨਹੀਂ ਸੀ, ਕਾਮਨਵੈਲਥ ਵਾਲੇ ਸਾਡੇ ਖਿਡਾਰੀ ਮੈਡਲ ਲੈ ਕੇ ਆਏ 23 ਤੇ 9.5 ਕਰੋੜ ਰੁਪਇਆ ਉਹਨਾਂ ਨੂੰ ਉਸੇ ਮਹੀਨੇ ਦਿੱਤਾ। ਆ ਹੁਣ ਨੈਸ਼ਨਲ ਖਿਡਾਰੀ ਸਾਡੇ ਗਏ ਹੋਏ ਆ, ਮੈਡਲ ਲੈ ਕੇ ਆ ਰਹੇ ਆ, ਤੇ ਇਸੇ ਮਹੀਨੇ ਉਹਨਾਂ ਨੂੰ ਜਿਹੜਾ ਕੈਸ਼ ਅਵਾਰਡ ਹੈ ਉਹ ਦਿੱਤਾ ਜਾਊਗਾ। ਉਹ ਇਸੇ ਕਰਕੇ ਕਿਉਂਕਿ ਜੇ ਦੂਸਰੇ ਬੱਚੇ ਉਹਨਾਂ ਨੂੰ ਦੇਖਦੇ ਆ, ਉਹਨਾਂ ਨੂੰ ਹੌਸਲਾ ਮਿਲੇ ਵੀ ਯਾਰ ਸਾਡੇ ਦੇਖੋ ਇਹ ਜਿਹੜਾ ਇਹਨੂੰ ਕੈਸ਼ ਅਵਾਰਡ ਮਿਲ ਰਿਹਾ, ਅਸੀਂ ਵੀ ਜਿਹੜਾ ਉਹ ਖੇਡੀਏ। ਜਿੱਥੇ ਖਿਡਾਰੀ ਨੂੰ ਤੁਸੀਂ ਧਰਨੇ ਵਾਲਾ ਹੀ ਕੈਸ਼ ਅਵਾਰਡ ਦੇਣਾ ਤਾਂ ਫਿਰ ਉੱਥੋਂ ਕਿੱਥੋਂ ਦੂਸਰੇ ਬੱਚੇ ਮੋਟੀਵੇਟ ਹੋਣਗੇ। ਤੇ ਇਹਦੇ ਨਾਲ ਚਲੋ ਜਿਹੜਾ ਮੈਡਲ ਲੈ ਕੇ ਆਉਣ ਤਾਂ ਨਾਮ ਦੇਤਾ, ਤੁਸੀਂ ਮੈਡਲ ਤੱਕ ਲੈ ਕੇ ਕਿਵੇਂ ਜਾਣਾ ਇਹ ਵੀ ਅਸੀਂ ਪਾਲਿਸੀ ਤਿਆਰ ਕਰ ਰਹੇ ਹਾਂ। ਇੱਕ ਤਾਂ ਦੇਖੋ ਅਸੀਂ ਜਿਹੜਾ 3 ਲੱਖ ਬੱਚੇ ਨੇ ਪਾਰਟਿਸਿਪੇਟ ਕੀਤਾ ਐਤਕੀ, ਕਦੇ ਨਹੀਂ 15-20 ਹਜ਼ਾਰ ਤੋਂ ਜ਼ਿਆਦਾ ਪਾਰਟਿਸਿਪੇਸ਼ਨ ਨਹੀਂ ਹੋਈ। ਜਿਹੜੇ ਸੂਬਾ ਪੱਧਰੀਆਂ ਖੇਡਾਂ ਹੁੰਦੇ 3 ਲੱਖ ਬੱਚਾ, ਉਹਦੇ ਨਾਲ ਬੱਚੇ ਖੇਡਾਂ ਵਾਲੇ ਪਾਸੇ ਵੀ ਲੱਗ ਰਹੇ ਆ ਤੇ ਉਹਨਾਂ ਨੂੰ ਅਸੀਂ ਮਤਲਬ ਕਿ ਉਹਨਾਂ ਦੀ ਸਪੋਰਟ ਦੇ ਲਈ ਪਹਿਲੀ ਵਾਰ ਹੈ ਕਿ ਪੰਜਾਬ ਪਹਿਲਾ ਸਟੇਟ ਹੈ ਜਿਹਨੇ ਇਸ ਤਰ੍ਹਾਂ ਦੀ ਸਕੀਮ ਸ਼ੁਰੂ ਕੀਤੀ ਹੈ, ਜਿਹੜੀ ਬਲਵੀਰ ਸਿੰਘ ਸੀਨੀਅਰ ਵਜ਼ੀਫਾ ਸਕੀਮ, ਕਿ ਅਸੀਂ ਹਰ ਬੱਚੇ ਨੂੰ ਜਿਹੜੀ ਪਹਿਲੀਆਂ 3 ਪੋਜੀਸ਼ਨ ਹੋਣਗੀਆਂ ਉਹਨੂੰ 8000 ਰੁਪਇਆ ਮਹੀਨਾ ਦੇਵਾਂਗੇ। ਤੇ ਉਹਦੇ ਨਾਲ ਜਿੱਥੇ ਬੱਚੇ ਨੂੰ ਹੌਸਲਾ ਹੋਊਗਾ ਤੇ ਫਾਈਨੈਂਸ਼ੀਅਲ ਵੀ ਉਹਨੂੰ ਜਿਹੜੀ ਮਦਦ ਹੋਊਗੀ। ਸੋ ਮੈਨੂੰ ਲੱਗਦਾ ਵੀ ਇਹਦੇ ਨਾਲ ਬੜੇ ਪੋਜ਼ਿਟਿਵ ਰਿਜ਼ਲਟ ਹੈ ਜਿਹੜੇ ਉਹ ਆਉਣਗੇ, ਕਿਉਂਕਿ ਹੁਣ ਜਿੰਨੇ ਜ਼ਿਆਦਾ ਬੱਚੇ ਪਾਰਟਿਸਿਪੇਟ ਕਰਨਗੇ, ਜਿੰਨਾ ਉਹਨਾਂ ਨੂੰ ਹੌਸਲਾ ਹੋਊਗਾ, ਉਨੇ ਰਿਜ਼ਲਟ ਪੰਜਾਬ ਦੇ ਅੱਛੇ ਆਉਣ ਵਾਲੇ ਸਮੇਂ ਜਿਹੜੇ ਆਉਣਗੇ। ਕਿਉਂਕਿ ਪੰਜਾਬ ਨੇ ਬਹੁਤ ਵੱਡੇ ਖਿਡਾਰੀ ਇਸ ਦੇਸ਼ ਨੂੰ ਦਿੱਤੇ, ਪਰ ਪਿਛਲੇ ਕੁਝ ਸਮੇਂ 'ਚ ਅਸੀਂ ਬਹੁਤ ਪਿੱਛੇ ਚਲੇ ਗਏ। ਸਾਡੇ ਕੋਲੇ ਟੈਲੈਂਟ ਹੈ, ਸਿਰਫ ਉਹਨੂੰ ਪਲੇਟਫਾਰਮ ਮਿਲਣ ਦੀ ਜ਼ਰੂਰਤ ਹੈ, ਜਿਹੜਾ ਅਸੀਂ ਦੇਣ ਦੀ ਜਿਹੜੀ ਹੈ ਇਮਾਨਦਾਰੀ ਨਾਲ ਕੋਸ਼ਿਸ਼ਾਂ ਕਰ ਰਹੇ ਹਾਂ। ਤੇ ਮੇਰਾ ਵਾਅਦਾ ਹੈ, ਇਹ ਕੋਈ ਕਬੱਡੀ ਕੱਪ ਵਾਂਗੂ ਨਹੀਂ, ਖੇਡਾਂ ਹਰ ਸਾਲ ਹੋਇਆ ਕਰਨਗੀਆਂ। ਐਤਕੀ ਬੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੀਆਂ, ਅਸੀਂ ਪਹਿਲੀ ਵਾਰ ਕਰਵਾਈਆਂ, ਪਰ ਹਰ ਸਾਲ ਪਾਰਟਿਸਿਪੇਸ਼ਨ ਵੀ ਵਧਾਵਾਂਗੇ ਤੇ ਹਰ ਸਾਲ ਇਹਨਾਂ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਾਂਗੇ। ਤੁਹਾਡਾ ਇੱਕ ਹੋਰ ਮਹਿਕਮਾ ਹੈ ਗਵਰਨੈਂਸ ਰਿਫਾਰਮਸ, ਬਹੁਤ ਕੁਝ ਕਰ ਰਹੇ ਹਾਂ ਉਹਦੇ। ਕੁਝ ਦੱਸਣਾ ਚਾਹੋਗੇ? ਦੇਖੋ, ਕਿਉਂਕਿ ਨਾ ਜੋ 70 ਸਾਲ ਵਿੱਚ ਨਹੀਂ ਹੋਇਆ ਉਹ 7 ਮਹੀਨਿਆਂ ਵਿੱਚ ਕੀ ਹੋਇਆ ਹੈ? ਐਦਾਂ ਦਾ ਮਹਿਕਮਾ ਹੈ ਵੀ ਜਿੱਥੇ ਰੋਜ਼ ਡੇਲੀ ਦੀ 1 ਲੱਖ ਫੁੱਟਫਾਲ ਹੈ। ਸੁਵਿਧਾ ਕੇਂਦਰਾਂ 'ਚ ਲੋਕ ਹੈ ਜਿਹੜੇ ਉਹ ਜਾਂਦੇ ਆ। ਪਹਿਲਾਂ ਕਦੇ ਕਿਸੇ ਨੇ ਮੈਨੂੰ ਲੱਗਦਾ ਵੀ ਉਹਦਾ ਚੈੱਕ ਹੀ ਨਹੀਂ ਕੀਤਾ ਹੋਣਾ। ਮੈਂ ਹਰ 15-20 ਦਿਨ ਵਾਰਤਾ ਮੈਂ ਜਿਹੜੀ ਮਤਲਬ ਕਿ ਪੈਂਡੈਂਸੀ ਆ ਉਹ ਚੈੱਕ ਕਰਦਾ, ਹੈ ਨਾ। ਜਦੋਂ ਸਾਡੀ ਸਰਕਾਰ ਇਹ ਬੜੀ ਪੈਂਡੈਂਸੀ ਸੀ ਕੇਸਿਸ ਦੀ, ਅਸੀਂ ਉਹ ਖਤਮ ਕਰਵਾਈ ਤੇ ਅਸੀਂ ਰੋਜ਼ ਮਤਲਬ ਕਿ ਸੀਐਮ ਸਾਹਿਬ ਪੁੱਛਦੇ ਆ ਵੀ ਹੋਰ ਲੋਕਾਂ ਨੂੰ ਕਿਸ ਤਰ੍ਹਾਂ ਸਹੂਲਤ ਦਿੱਤੀ ਜਾਵੇ। ਅਸੀਂ 183 ਸਰਵਿਸਿਜ਼ ਜਿਹੜੀਆਂ ਉਹ ਸ਼ੁਰੂ ਕਰਤੀਆਂ ਕਿ ਅੱਗੇ ਇੱਕ ਵਾਰੀ ਅਪਲਾਈ ਕਰਨ ਜਾਂਦਾ ਸੀ, ਫਿਰ ਉੱਥੋਂ ਸਰਟੀਫਿਕੇਟ ਜਿਹੜਾ ਉਹ ਲੈਣ ਜਾਂਦਾ ਸੀ। ਮਤਲਬ ਕਿ ਕਈ ਵਾਰੀ ਤਾਂ ਜੇ ਬੰਦੇ ਨੇ 5 ਵਾਰੀ ਸਰਟੀਫਿਕੇਟ ਚਾਹੀਦਾ, 5 ਗੇੜੇ ਲਾਉਣੇ ਪੈਂਦੇ ਸੀਗੇ। ਹੁਣ ਮੰਨ ਲਓ ਕਿਸੇ ਬੱਚੇ ਨੇ ਉਹਨੂੰ ਜਾਤੀ ਸਰਟੀਫਿਕੇਟ ਚਾਹੀਦਾ ਤੇ ਉਹਨੇ ਐਡਮਿਸ਼ਨ ਲੈਣੀ ਆ ਅਲੱਗ-ਅਲੱਗ ਕਾਲਜਸ ਦੇ ਵਿੱਚ, ਤਾਂ ਉਹਨੂੰ 5 ਵਾਰੀ ਉੱਥੋਂ ਹੋਲੋਗ੍ਰਾਮ ਲਗਾ ਕੇ 5 ਵਾਰੀ ਉੱਥੋਂ ਸਾਈਨ ਜਿਹੜਾ ਉਹ ਕਰਵਾਉਣੇ ਪੈਂਦੇ ਸੀ। ਹੁਣ ਤੁਹਾਡੇ WhatsApp ਤੇ
183 ਜਿਹੜੇ ਆ ਜਿਹੜੇ ਸਰਟੀਫਿਕੇਟ ਆ ਜਾਂਦੇ ਆ ਤੇ ਉਹਦਾ ਹੀ ਤੁਸੀਂ ਪ੍ਰਿੰਟ ਆਊਟ ਕਿਤੋਂ ਜਿਹੜਾ ਉਹ ਕਢਵਾ ਸਕਦੇ ਤੁਹਾਡੇ ਫੋਨ ਤੇ ਸ਼ੁਰੂ ਕਰਤਾ। ਅਸੀਂ ਇੱਕ ਅੱਗੇ ਜਦੋਂ ਮਤਲਬ ਕਿ ਫਾਰਮ ਭਰਨਾ ਪੈਂਦਾ ਸੀ ਉੱਥੇ ਫਾਰਮ ਤੁਸੀਂ ਕਿਸੇ ਤੋਂ ਕਿਉਂਕਿ ਅਨਪੜ੍ਹ ਜਿਹੜਾ ਬੰਦਾ ਜਾਂਦਾ ਕਿਸ ਤੋਂ ਜਾਂ ਭਰਵਾਉਂਦਾ ਸੀ ਉੱਥੇ ਪੈਸੇ ਦਿੰਦਾ ਸੀ ਫਿਰ ਨਾਲ ਫੋਟੋ ਸਟੇਟ ਲਾਉਣੀ ਪੈਂਦੀ ਸੀ ਉਹ ਵੀ ਖਤਮ ਕਰਤਾ। ਸਿੱਧਾ ਜਿਹੜਾ ਤੁਸੀਂ ਕੁਝ ਅਪਲਾਈ ਕਰਨਾ ਹੈ ਬਰਥ ਸਰਟੀਫਿਕੇਟ ਅਪਲਾਈ ਕਰਨਾ ਜਿਹੜੇ ਡਾਕੂਮੈਂਟ ਚਾਹੀਦਾ ਤੁਸੀਂ ਓਰੀਜਨਲ ਨਾਲ ਲੈ ਕੇ ਜਾਓ ਉੱਥੇ ਸਕੈਨ ਹੋ ਕੇ ਤੁਹਾਡੇ WhatsApp ਤੇ ਜਿੰਨੇ ਦਿਨ ਕਹਿ ਦੇਣਗੇ ਹਫ਼ਤੇ ਬਾਅਦ 10 ਦਿਨ ਬਾਅਦ ਜਿਹੜਾ ਸਰਟੀਫਿਕੇਟ ਆ ਬਣ ਕੇ ਘਰ ਆ ਜਾਊਗਾ। ਤੇ ਇਸ ਤੋਂ ਇਲਾਵਾ ਕਿਉਂਕਿ ਜਿਵੇਂ ਸਕੂਲ 'ਚ ਸਕੂਲ ਲਿਵਿੰਗ ਸਰਟੀਫਿਕੇਟ ਮਿਲਦਾ ਕਰੈਕਟਰ ਸਰਟੀਫਿਕੇਟ ਮਿਲਦਾ ਕਿਉਂਕਿ ਜਿਹੜੇ ਬੱਚੇ ਐਡਮਿਸ਼ਨ ਲੈਂਦੇ ਆ ਉਹਨਾਂ ਨੂੰ ਕਿਸੇ ਨੂੰ ਰੈਜ਼ੀਡੈਂਸ ਸਰਟੀਫਿਕੇਟ ਚਾਹੀਦਾ ਕਾਲਜ 'ਚ ਜਾਣਾ ਜਾਤੀ ਸਰਟੀਫਿਕੇਟ ਚਾਹੀਦਾ ਉਹ ਵੀ ਅਸੀਂ ਕਰੈਕਟਰ ਸਰਟੀਫਿਕੇਟ ਦੇ ਨਾਲ ਹੀ ਸਕੂਲ ਦੇ ਵਿੱਚ ਹੀ ਜਿਹੜਾ ਪ੍ਰੋਵਾਈਡ ਕਰਵਾਉਣਾ ਸ਼ੁਰੂ ਕਰ ਰਹੇ ਹਾਂ ਕਿਉਂਕਿ ਬੱਚੇ ਨੂੰ ਐਡਮਿਸ਼ਨ ਲੈਣ ਦੇ ਲਈ ਸੁਵਿਧਾ ਕੇਂਦਰਾਂ ਦੇ ਗੇੜੇ ਨਾ ਲਾਉਣੇ ਪੈਣ ਉਹਨੂੰ ਸਕੂਲ 'ਚੋਂ ਜਿਹੜਾ ਸਾਰਾ ਕੁਝ ਜਿਹੜਾ ਉਹ ਮਿਲ ਜੇ। ਇਹ ਵੀ ਆਉਣ ਵਾਲੇ ਸਮੇਂ ਸ਼ੁਰੂ ਕਰ ਰਹੇ ਹਾਂ ਤੇ ਅਸੀਂ ਆਉਣ ਵਾਲੇ ਸਮੇਂ 'ਚ ਇਸ ਪਾਸੇ ਵੀ ਵਧ ਰਹੇ ਹਾਂ ਕਿ ਤੁਹਾਨੂੰ ਸੁਵਿਧਾ ਕੇਂਦਰ ਜਾਣ ਦੀ ਜ਼ਰੂਰਤ ਨਾ ਪਵੇ ਕਿ ਉਹਨਾਂ ਨੂੰ ਕਿਉਂਕਿ ਸੁਖਬੀਰ ਬਾਦਲ ਜੀ ਦਾ ਵੈਸੇ ਹੀ 2000 ਬਣਾ ਕੇ ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਵੀ ਇਨਫਰਾਸਟ੍ਰਕਚਰ ਵੱਲ ਬੜਾ ਭੱਜਦਾ ਜਿੱਥੋਂ ਪੈਸੇ ਖਾਣ ਨੂੰ ਮਿਲਦੇ ਹੁਣ ਚਲੋ ਅਸੀਂ ਉਹਨਾਂ ਨੂੰ ਹੁਣ ਹੈਲਥ ਕਲੀਨਿਕ ਦੇ ਵਿੱਚ ਯੂਜ਼ ਕਰ ਰਹੇ ਹਾਂ। ਤੁਸੀਂ ਅਰਵਿੰਦ ਕੇਜਰੀਵਾਲ ਦਾ ਇਹ ਗੱਲ ਸੁਣੋ ਕਿ ਪੁਰਾਣੀ ਗੱਲਾਂ ਨਹੀਂ ਕਰਦੇ ਉਹ ਨਵੀਂ ਗੱਲ ਕਰਦੇ ਤੁਸੀਂ ਨਵੀਂ ਗੱਲਾਂ ਕਰਿਆ ਕਰੋ। ਮੈਂ ਨਵੀਂ ਹੀ ਕਰ ਰਿਹਾ ਕਿ ਅਸੀਂ ਮਤਲਬ ਕਿ ਉਹ ਜਿਹੜੇ ਸੁਵਿਧਾ ਕੇਂਦਰ ਹੈ ਅਸੀਂ ਆਉਣ ਵਾਲੇ ਸਮੇਂ 'ਚ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀਆਂ ਸਾਰੀ ਫੈਸਿਲਿਟੀਜ਼ ਘਰ ਹੀ ਮਿਲ ਜਾਣ। ਘਰੋਂ ਹੀ ਤੁਸੀਂ ਅਪਲਾਈ ਕਰੋ ਬੰਦਾ ਕਿ ਸਕੈਨਰ ਆਪਦਾ ਨਾਲ ਲੈ ਕੇ ਆਵੇ ਸਕੈਨ ਕਰਕੇ ਲੈ ਜੇ ਤੇ ਘਰੇ ਹੀ ਤੁਹਾਨੂੰ ਫੜਾ ਜੇ। ਸਾਡੇ ਕੋਲ ਇੱਕ ਸੈਸ਼ਨ ਇਹ ਹੈਗਾ ਕਿ ਅਸੀਂ ਲੋਕਾਂ ਤੋਂ ਪੁੱਛਿਆ ਸੀ ਕਿ ਤੁਸੀਂ ਸਾਡੇ ਦਫ਼ਤਰ ਆ ਰਹੇ ਹੋ ਤਾਂ ਉਹਨਾਂ ਨੇ ਕੁਝ ਸਵਾਲ ਭੇਜੇ ਨੇ ਅਸੀਂ ਉਹਨਾਂ ਦੇ 2-3 ਸਵਾਲ ਪੁੱਛਣਾ ਚਾਹੁੰਦੇ ਹਾਂ। ਨਸ਼ੇ ਤੇ ਦੀਪਕ ਕੁਮਾਰ ਨੇ ਪੁੱਛਿਆ ਹੈ ਕਿ ਜੋ ਜ਼ਹਿਰ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਉਹ ਨਸ਼ਾ ਪੰਜਾਬ ਵਿੱਚ ਕਿਉਂ ਨਹੀਂ ਬੰਦ ਹੋ ਰਿਹਾ? ਦੇਖੋ ਇਹ ਨਸ਼ਾ ਪੰਜਾਬ 'ਚ ਕੋਈ 1-2 ਮਹੀਨੇ ਸ਼ੁਰੂ ਨਹੀਂ ਹੋਇਆ। ਮੇਰੇ ਯਾਦ ਹੈ ਕਿ ਪਹਿਲਾਂ ਇਕੱਲੇ ਜਿਹੜੇ ਬਾਰਡਰ ਦੇ ਪਿੰਡ ਨੇ ਨਾ ਮਾਝੇ ਏਰੀਏ ਦੇ ਗੁਰਦਾਸਪੁਰ ਤਰਨਤਾਰਨ ਉੱਥੋਂ ਸ਼ੁਰੂ ਹੋਇਆ ਸੀ। ਸੁਣਦੇ ਹੁੰਦੇ ਸੀ ਵੀ ਯਾਰ ਉੱਥੇ ਪਿੰਡ 'ਚ ਅੱਧੇ ਮੁੰਡੇ ਚਿੱਟੇ ਤੇ ਲੱਗ ਗਏ ਸਾਰਾ ਪਿੰਡ ਲੱਗ ਗਿਆ। ਇਹ ਹੌਲੀ ਹੌਲੀ ਚੱਲਦਾ ਮਾਲਵੇ 'ਚ ਵੀ ਆ ਗਿਆ। ਸੋ ਦੇਖੋ ਇਹਨੂੰ ਖਤਮ ਕਰਨ ਦੇ ਲਈ ਅਸੀਂ ਸਖਤੀ ਵੀ ਕਰ ਰਹੇ ਹਾਂ। ਕਦੇ ਅਸੀਂ ਗੁਜਰਾਤ ਤੋਂ ਜਾ ਕੇ ਫੜ ਰਹੇ ਹਾਂ ਬਾਰਡਰ ਤੇ ਰੋਜ਼ ਫੜਿਆ ਜਾਂਦਾ ਪਰ ਮੈਨੂੰ ਲੱਗਦਾ ਕਿ ਸਖਤੀ ਇਕੱਲਾ ਹੱਲ ਨਹੀਂ। ਤੁਹਾਨੂੰ ਨਾ ਨੀਚੋਂ ਡਿਮਾਂਡ ਖਤਮ ਕਰਨੀ ਪਊ ਕਿਉਂਕਿ ਜਿਹੜੀ ਚੀਜ਼ ਦੀ ਡਿਮਾਂਡ ਹੈ ਉਹਦੀ ਮਾਤਰਾ ਘਟ ਸਕਦੀ ਹੈ। ਇੱਕ ਬੰਦੇ ਨੂੰ ਫੜ ਲਓਗੇ ਦੂਜਾ ਵੇਚਣ ਲੱਗ ਜੂ। ਤੁਹਾਨੂੰ ਨਾ ਮਤਲਬ ਕਿ ਉਹਦੀ ਡਿਮਾਂਡ ਖਤਮ ਕਰਨੀ ਪਊ। ਡਿਮਾਂਡ ਖਤਮ ਕਰ ਲਈ ਦੇਖੋ ਹਾਂ ਦੇਖੋ 15-16 ਸਾਲ ਦੀ ਉਮਰ ਤੋਂ ਲੈ ਕੇ 20-22 ਸਾਲ ਦੇ ਬੱਚੇ ਜਿਹੜੇ ਆ ਉਹ ਇਸ ਪਾਸੇ ਲੱਗਦੇ ਆ। ਸੋ ਅਸੀਂ ਜਿਹੜਾ ਸਪੋਰਟਸ ਕਲਚਰ ਰਿਵਾਈਵ ਕਰ ਰਹੇ ਹਾਂ। ਜੇ ਅੱਜ 3 ਲੱਖ ਬੱਚਾ ਜਿਹਨੇ 350 ਬਲਾਕ ਦੇ ਵਿੱਚ ਮੈਨੂੰ ਲੱਗਦਾ ਕੋਈ ਪੰਜਾਬ ਦਾ ਇੱਦਾਂ ਦਾ ਪਿੰਡ ਨਹੀਂ ਹੋਣਾ ਜਿੱਥੋਂ ਦੇ ਬੱਚਿਆਂ ਨੇ ਪਾਰਟਿਸਿਪੇਟ ਨਹੀਂ ਕੀਤਾ। ਜੇ ਤੁਹਾਡੇ ਸਪੋਰਟਸ ਕਲਚਰ ਪੰਜਾਬ 'ਚ ਹੋਊਗਾ 15-16 ਸਾਲ ਦਾ ਬੱਚਾ ਗਰਾਊਂਡ 'ਚ ਹੋਊਗਾ ਜੇ ਉਦੋਂ ਬਾਅਦ ਰੁਜ਼ਗਾਰ ਵੀ ਉਹਨੂੰ ਦੇਣਾ ਪਊਗਾ। ਸੋ ਇਹ ਸਾਰਾ ਕੁਝ ਇੰਟਰਕਨੈਕਟਡ ਹੈ। ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਵੀ ਜੋੜੀਏ ਬੱਚਿਆਂ ਨੂੰ ਰੁਜ਼ਗਾਰ ਵੀ ਦੇਈਏ ਤੇ ਨਾਲ ਸਖਤੀ ਵੀ ਜਿਹੜੀ ਐਸੀ ਕਰ ਰਹੇ ਹਾਂ। ਰੋਜ਼ ਕੇਸ ਜਿਹੜੇ ਉਹ ਦਰਜ ਹੋ ਰਹੇ ਆ। ਗੋਲਡੀ ਬਰਾੜ ਪੁੱਛਦੇ ਨੇ ਕਿ ਲੋਕਾਂ ਨੂੰ ਸਿਹਤ ਸਕੀਮਾਂ ਜਿਹੜੀਆਂ ਮਿਲਦੀਆਂ ਨੇ ਪਰ ਜਿਹੜੇ ਨੌਜਵਾਨ ਖੇਡਣ ਲਈ ਨਸ਼ਾ ਬਚਾਉਣ ਲਈ ਗਰਾਊਂਡ ਖੇਡ ਆਉਂਦੇ ਉਹ ਤੇ ਕਿੱਟਾਂ ਨਹੀਂ ਮਿਲ ਰਹੀਆਂ। ਮੈਂ ਮਤਲਬ ਕਿ ਸਾਰੇ ਜਿਹੜੇ ਪੰਜਾਬ ਦੇ ਪਲੇਅਰ ਆ ਉਹਨਾਂ ਨੂੰ ਖੁਸ਼ੀ ਹੋਊਗੀ ਕਿ 2016 ਤੋਂ ਬਾਅਦ 6 ਸਾਲ ਬਾਅਦ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਜਿਹੜਾ ਖੇਡਾਂ ਦਾ ਸਮਾਨ ਖਰੀਦਣ ਲਈ ਜਿਹੜਾ ਬਜਟ ਹੈ ਉਹ ਰੱਖਿਆ। 2016 'ਚ ਵੀ ਹੁਣ ਮੈਨੂੰ ਦੁਬਾਰਾ ਕਹਾਉਣੇ ਹੋ ਉਦੋਂ ਵੀ ਕਿਉਂ ਰੱਖਿਆ ਕਿਉਂਕਿ ਸਿਰ ਤੇ ਵੋਟਾਂ ਸੀ। ਹੁਣ 6 ਸਾਲਾਂ ਬਾਅਦ ਰੱਖਿਆ ਇਹ ਸਿਰ ਤੇ ਵੋਟਾਂ ਨਹੀਂ ਹੈਗੀਆਂ ਕਿਉਂਕਿ ਮੈਂ ਇਹ ਗੁਜਰਾਤ ਦੀ ਵੋਟਾਂ ਲਈ ਤੇ ਨਹੀਂ ਰੱਖਿਆ ਨਹੀਂ ਮੈਂ ਬੜੇ ਸਾਡੇ ਜਿਹੜੇ ਹੋਸਟਲ ਹੈ ਮੈਂ ਉਹਨਾਂ ਦੇ ਵਿੱਚ ਵਿਜ਼ਿਟ ਕੀਤਾ। ਮਤਲਬ ਜਿਹੜਾ ਹਾਕੀ ਖੇਡ ਰਿਹਾ ਉਹਦੇ ਕੋਲ ਹਾਕੀ ਹੈ ਨਹੀਂ ਲੈ ਕੇ ਨਹੀਂ ਦਿੱਤੀ ਸਰਕਾਰ ਨੇ। ਸੋ ਅਸੀਂ 6 ਸਾਲਾਂ ਬਾਅਦ ਮੈਂ ਇੱਥੇ ਰੋਇੰਗ ਵਾਲੇ ਬੱਚਿਆਂ ਕੋਲੇ ਚਲਾ ਗਿਆ ਜਿਹੜੇ ਰੋਪੜ ਕਰਦੇ ਆ। ਮਤਲਬ ਕਿ ਤੁਸੀਂ ਦੇਖੋ ਮੈਨੂੰ ਉਹਨਾਂ ਨੇ ਦੱਸਿਆ ਉਹ ਕਹਿੰਦੇ ਜੀ ਸਾਡੇ ਕੋਲੇ ਇੱਥੇ ਇੰਟਰਨੈਸ਼ਨਲ ਕਨੋਇੰਗ ਹੈ ਇੱਕ ਰੋਇੰਗ ਕਨੋਇੰਗ ਉਹ ਕਹਿੰਦੇ ਇੰਟਰਨੈਸ਼ਨਲ ਸਟੈਂਡਰਡ ਦੀ ਸਾਡੇ ਕੋਲੇ ਬੋਟਸ ਹੈ ਨਹੀਂ ਅਸੀਂ ਪ੍ਰੈਕਟਿਸ ਇੱਥੇ ਦੇਸੀ ਦੇ ਕਰਦੇ ਹਾਂ। ਉਹ ਕਹਿੰਦੇ ਜੇ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਜਾਂਦੇ ਹਾਂ ਉੱਥੇ ਉਹਨਾਂ ਦਾ ਵੇਟ ਹੋ ਰਿਹਾ ਬੈਲੈਂਸ ਹੋ ਰਿਹਾ ਸਾਡਾ ਉੱਥੇ ਬੈਲੈਂਸ ਹੀ ਨਹੀਂ ਬਣ ਪਾਉਂਦਾ ਕਿਉਂਕਿ ਅਸੀਂ ਉਹਨਾਂ ਦੀ ਪ੍ਰੈਕਟਿਸ ਨਹੀਂ ਕੀਤੀ। ਤੇ ਐਤਕੀ ਅਸੀਂ ਉਹਨਾਂ ਨੂੰ ਨਵੀਆਂ ਬੋਟਸ ਵੀ ਜਿਹੜੀਆਂ ਉਹ ਲੈ ਕੇ ਦੇ ਰਹੇ ਹਾਂ। ਅੱਗੇ ਕੋਈ ਮੈਨੂੰ ਲੱਗਦਾ ਮੰਤਰੀ ਜਾ ਕੇ ਉਹਨਾਂ ਨੂੰ ਪੁੱਛਿਆ ਹੀ ਨਹੀਂ। ਇਹ ਤਾਂ ਹੋਰ ਤੁਸੀਂ ਦੇਖੋ ਉੱਥੇ ਇੰਟਰਨੈਸ਼ਨਲ ਜਿਹੜੀਆਂ ਖਿਡਾਰੀ ਬੱਚੀਆਂ ਪ੍ਰੈਕਟਿਸ ਕਰਦੀਆਂ ਮਤਲਬ ਕਿ ਮੈਨੂੰ ਆਪ ਨੂੰ ਦੱਸਦੇ ਨੂੰ ਸ਼ਰਮ ਆਉਂਦੀ ਕਿ ਉੱਥੇ ਵਾਸ਼ਰੂਮ ਤੱਕ ਨਹੀਂ ਤੇ ਹੁਣ ਅਸੀਂ ਉੱਥੇ ਜਿਹੜਾ ਪ੍ਰਬੰਧ ਹੈ ਜਿਹੜਾ ਉਹ ਕਰਵਾਇਆ। ਸੋ ਅਸੀਂ ਲੋਕਾਂ ਤੋਂ ਜਾ ਕੇ ਕਿਤੇ ਵਾਸ਼ਰੂਮ ਨਹੀਂ ਜਿੱਥੇ ਵਾਸ਼ਰੂਮ ਵਿੱਚ ਖਾਣਾ ਵੀ ਸਰਵ ਹੁੰਦਾ ਸੀ ਇਹ ਵੀ ਦੇਖਿਆ ਯੂਪੀ ਵਿੱਚ। ਸੋ ਤੁਸੀਂ ਇਹ ਚੀਜ਼ਾਂ ਦਾ ਵੀ ਖਿਆਲ ਰੱਖ ਰਹੇ ਹੋ ਕਿ ਖਿਡਾਰੀਆਂ ਨੂੰ ਮੈਂ ਉਹੀ ਹੈ ਜਿੰਨਾ ਟਾਈਮ ਨਾ ਤੁਸੀਂ ਆਪ ਫੀਲਡ ਤੇ ਨਹੀਂ ਜਾਂਦੇ ਕਿਉਂਕਿ ਮੈਂ ਆਪ ਖਿਡਾਰੀ ਰਿਹਾ ਮੈਂ ਹੁਣ ਵੀ ਖੇਡਦਾ। ਤੁਸੀਂ ਜਿੰਨਾ ਟਾਈਮ ਜਿਹੜਾ ਨਹੀਂ ਵੀ ਖੇਡਦਾ ਰਿਹਾ ਘੱਟੋ ਘੱਟ ਯਾਰ ਜਿਹੜੇ ਖੇਡਦੇ ਉਹਨਾਂ ਤੋਂ ਜਾ ਕੇ ਪੁੱਛ ਲਓ ਕਿਉਂਕਿ ਜਿੰਨਾ ਟਾਈਮ ਤੁਸੀਂ ਗਰਾਊਂਡ ਤੇ ਜਾਂਦੇ ਤੁਹਾਨੂੰ ਉਨਾ ਟਾਈਮ ਨਾ ਸਮੱਸਿਆ ਪਤਾ ਲੱਗ ਸਕਦੀ ਹੈ ਨਾ ਉਹਦਾ ਹੱਲ। ਤੇਜਿੰਦਰ ਪਿਪਲੀ ਜੀ ਨੇ ਕਿਹਾ ਕਿ ਖੇਡਾਂ ਵਤਨ ਵਿੱਚ ਖਿਡਾਰੀ ਖੱਜਲ ਖੁਆਰ ਹੋਏ। ਤੁਸੀਂ ਪਹਿਲਾਂ ਹੀ ਕਿਹਾ ਕਮੀਆਂ ਰਹਿ ਗਈਆਂ ਅਗਲੀ ਵਾਰੀ
ਉਹਨਾਂ ਨੂੰ ਧਿਆਨ ਰੱਖਾਂਗੇ। ਤਾਂ ਦੇਖੋ 3 ਲੱਖ ਦੀ ਪਾਰਟਿਸਿਪੇਸ਼ਨ ਜਿਹੜੀ ਆ ਹੋਈ ਆ ਸਾਡੇ ਕੋਲੇ, ਤਾਂ ਦੇਖੋ ਜਿਵੇਂ ਤੁਸੀਂ ਕਿਹਾ ਇੰਨੇ ਕੋਚਸ ਵੀ ਹੈ ਨਹੀਂ ਗੇ, ਕੋਈ ਭਰਤੀਆਂ ਨਹੀਂ ਕੀਤੀਆਂ ਗਈਆਂ, ਇਹ ਸਾਡੇ ਕੋਲ DPPT ਵੀ ਹੈ ਨਹੀਂ ਗੇ, ਪਰ ਫਿਰ ਵੀ ਅਸੀਂ ਸਾਡੇ ਸਾਰੇ ਸਪੋਰਟਸ ਡਿਪਾਰਟਮੈਂਟ ਨੇ, ਐਜੂਕੇਸ਼ਨ ਡਿਪਾਰਟਮੈਂਟ ਨੇ ਬੜੀ ਮਿਹਨਤ ਕੀਤੀ। ਤੁਸੀਂ ਦੇਖੋ ਹੁਣ ਇੱਕ ਜ਼ਿਲ੍ਹੇ 'ਚ 10-10 ਹਜ਼ਾਰ ਬੱਚਾ ਰਹਿਣ ਲਈ ਆਇਆ ਹੋਇਆ, ਤੁਸੀਂ ਦੇਖੋ ਵੀ 10,000 ਬੱਚੇ ਦੇ ਰਹਿਣ ਦਾ ਅਰੇਂਜਮੈਂਟ ਕਰਨਾ, ਉਹਨਾਂ ਦੀ ਟਰਾਂਸਪੋਰਟੇਸ਼ਨ ਦਾ ਅਰੇਂਜਮੈਂਟ ਕਰਨਾ, ਕਿਉਂਕਿ ਉਹਨਾਂ ਦੀ ਕਿਹੜਾ ਪ੍ਰੈਕਟਿਸ ਅਗਲੀ ਵਾਰੀ ਤੇ ਇੰਪਰੂਵਮੈਂਟ ਆਏਗੀ ਨਾ, ਉਹ ਜ਼ਿਲ੍ਹੇ ਵਾਲ ਦੀ ਪ੍ਰੈਕਟਿਸ ਹੀ ਹੈ ਨਹੀਂ ਸੀ ਪਹਿਲਾਂ। ਨਹੀਂ, ਅਗਲੀ ਵਾਰੀ ਸੁਧਾਰ ਹੋਏਗਾ ਨਾ। ਮੈਂ ਕਿਹਾ ਜੀ ਹਰ ਸਾਲ ਸੁਧਾਰ ਹੋਊਗਾ। ਠੀਕ। ਬਰਿੰਦਰ ਸਿੰਘ ਸਿੱਧੂ ਪੁੱਛਦੇ ਨੇ ਕਿ ਵੀ ਜਿਹੜੇ ਉੱਚ ਪੱਧਰ ਦੇ ਖਿਡਾਰੀ ਆ ਉਹਨਾਂ ਨੂੰ ਬਾਕੀ ਜਿਹੜੇ ਐਵਰੇਜ ਪੱਧਰ ਦੇ ਖਿਡਾਰੀ ਤੋਂ ਵੱਖਰਾ ਰੱਖਣਾ ਚਾਹੀਦਾ ਹੈਗਾ, ਕਿਉਂਕਿ ਸਭ ਨਾਲ ਮਿਕਸ ਨਹੀਂ ਹੋਣਾ ਚਾਹੀਦਾ। ਉੱਚ ਪੱਧਰ ਦਿਆਂ ਨੂੰ ਜਿਹੜੇ ਸਟੇਟ 'ਚੋਂ ਫਸਟ ਆ ਰਹੇ ਉੱਚ ਪੱਧਰ ਦੇ, ਉਹਨਾਂ ਨੂੰ ਅਸੀਂ 8,000 ਰੁਪਇਆ ਪ੍ਰਤੀ ਮਹੀਨਾ ਜਿਹੜਾ ਉਹ ਦੇ ਰਹੇ ਆਂਗੇ। ਸੋ ਅਸੀਂ ਇਹ ਆਈ ਥਿੰਕ ਕੰਮ ਕਰਦੇ ਨੇ ਖਿਡਾਰੀਆਂ ਨਾਲ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਇੰਨੀ ਅਸਿਸਟੈਂਸ ਨਹੀਂ ਮਿਲ ਰਹੀ ਜਿਹੜੇ ਅੰਤਰਰਾਸ਼ਟਰੀ ਪੱਧਰ ਤੇ ਸ਼ੁਰੂ ਹੀ ਹੁਣ ਕੀਤਾ ਹੈ ਜੀ, ਸ਼ੁਰੂ ਹੀ ਹੋਣੀ। ਤੇ ਨਵੀਂ ਸਪੋਰਟਸ ਪਾਲਿਸੀ ਵੀ ਅਸੀਂ ਲੈ ਤੁਹਾਨੂੰ ਕੇ ਆ ਰਹੇ ਕੰਟੈਕਟ ਕਰਨਾ ਚਾਹੁੰਦੇ ਰਸਤਾ ਕੀ ਹੈ? ਟਵਿੱਟਰ ਤੇ ਕਰਦੇ ਹਾਂ। ਟਵਿੱਟਰ ਤੇ ਕਰ। ਨੌਕਰੀਆਂ ਬਾਰੇ ਲੋਕ ਪੁੱਛਦੇ ਆ। ਗੁਲਾਬ ਪੁੱਟਲ ਜੀ ਪੁੱਛੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਦੀ ਸੈਲਰੀ ਬਹੁਤ ਘੱਟ ਹੈ ਜੀ, ਉਹਨਾਂ ਦਾ ਵੀ ਕੁਝ ਕਰੋ। ਜ਼ਰੂਰ ਦੇਖੋ ਨਿਮਰ ਜੀ ਗੱਲ ਸਮਝੋ, ਕੋਈ ਸਰਕਾਰ ਸਾਈਕਲ ਤਾਂ ਹੈ ਨਹੀਂ ਵੀ ਪਹਿਲਾਂ ਇੱਧਰ ਨੂੰ ਅਸੀਂ ਇੱਕਦਮ ਇੱਧਰ ਨੂੰ ਕਰਤਾ ਹੈ ਨਾ। ਨਹੀਂ, ਉਹ ਤਾਂ ਕਿਹਾ ਜਾਂਦਾ ਨਾ ਸਾਡੇ ਕੋਲ ਇੰਨਾ ਪੈਸਾ ਇੰਨਾ ਪ੍ਰਬੰਧ ਹੈ, ਅਸੀਂ ਮਾਫ ਨਹੀਂ ਮੈਨੂੰ ਇੱਕ ਮਿੰਟ ਮੇਰੀ ਸੁਣੋ। ਅਸੀਂ ਕਿਹਾ ਸੀ ਅਸੀਂ ਇੱਕ ਕਰਕੇ ਹਨਾ, ਦੇਖੋ ਹੁਣ ਸਰਕਾਰ ਦਾ ਅਸੀਂ ਰੈਵਨਿਊ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। GST ਦੀ ਕਲੈਕਸ਼ਨ 25% ਵੱਧ ਗਈ, ਐਕਸਾਈਜ਼ ਦੀ ਵੀ ਸਾਡੀ ਕਲੈਕਸ਼ਨ ਜਿਹੜੀ ਆ ਉਹ ਵੱਧ ਰਹੀ ਹੈ। ਤਾਂ ਅਸੀਂ ਐਲਾਨ ਵੀ ਕਰ ਵੀ ਕਿੰਨਾ ਕੁਛ ਰਹੇ ਹਾਂ। 49 ਲੱਖ ਲੋਕਾਂ ਦਾ ਪਰਿਵਾਰ ਦਾ ਬਿੱਲ ਜਿਹੜਾ ਉਹ ਜ਼ੀਰੋ ਆਇਆ, ਤੇ ਬੜੇ ਲੋਕਾਂ ਨੂੰ ਲੱਗਦਾ ਸੀ ਵੀ ਇਹ 27 ਦੀਆਂ ਵੋਟਾਂ ਦੇ ਨੇੜੇ ਜਾ ਕੇ ਕਰਨਗੇ। ਅਸੀਂ ਜਿਹੜਾ 8700 ਟੀਚਰ ਪੱਕੇ ਕੀਤੇ ਕਿ ਇਹਨਾਂ ਨੂੰ ਤਨਖਾਹ ਨਹੀਂ ਦੇਣੀਆਂ ਪੈਣਗੀਆਂ, 18,000 ਨਵੇਂ ਰੱਖੇ ਕਿ ਇਹਨਾਂ ਨੂੰ ਤਨਖਾਹ ਨਹੀਂ ਦੇਣੀਆਂ ਪੈਣਗੀਆਂ। ਸੋ ਅਸੀਂ ਸਾਰਾ ਕੁਝ ਇੱਕ ਇੱਕ ਕਰਕੇ ਹੋਊਗਾ। ਹੁਣ ਪਹਿਲੇ ਸਾਲ ਦੇ ਵਿੱਚ ਸਾਰੇ ਪੰਜਾਬ ਦੀਆਂ ਤਨਖਾਹ ਵਧਾ ਦਈਏ, ਇਹ ਸਤਪਾਲ ਜੀ ਦਾ possible ਸਤਪਾਲ ਨਹੀਂ। ਸਿੰਘ ਜੀ ਦਾ ਇਹੋ ਸਵਾਲ ਸੀ, ਤੁਸੀਂ ਪਹਿਲਾਂ ਹੀ ਜਵਾਬ ਦਿੱਤਾ। ਸੋ ਬਟ ਲੋਕਾਂ ਦੇ ਸਵਾਲ ਤਾਂ ਖਤਮ ਹੋਏ। ਮੈਂ ਇੱਕ ਸਵਾਲ ਪੁੱਛਦੀ ਕਿ ਵੀ ਇੱਕ ਤੁਹਾਡੀ ਬੜੀ ਤਕਲੀਫ ਸਾਨੂੰ ਸੁਣਨ ਨੂੰ ਮਿਲਦੀ ਹੈ ਕਿ ਤੁਹਾਡਾ ਵਿਆਹ ਨਹੀਂ ਹੋ ਰਿਹਾ। ਵਿਆਹ ਕਿਉਂ ਨਹੀਂ ਹੋ ਰਿਹਾ? 7 ਮਹੀਨਿਆਂ ਵਿੱਚ ਤੁਸੀਂ ਇਹ ਕਿਉਂ ਨਹੀਂ ਕਰ ਪਾਏ? ਨਹੀਂ ਕੋਈ ਇੰਨੀ ਕੀ ਦਿੱਕਤ ਹੈ ਕਿ ਮੀਤ ਹੈਰ ਇੱਕ ਨੌਜਵਾਨ ਜੋ ਇੰਨੀ ਜਲਦੀ ਮੰਤਰੀ ਬਣ ਗਿਆ, ਉਹ ਹਰ ਜਗ੍ਹਾ ਰੋਂਦਾ ਫਿਰਦਾ ਹੈਗਾ ਮੇਰਾ ਵਿਆਹ ਨਹੀਂ ਹੋ ਰਿਹਾ, ਮੇਰਾ ਵਿਆਹ ਨਹੀਂ ਹੋ ਰਿਹਾ। ਇਹ ਨਹੀਂ ਮੈਂ ਜਿੱਥੇ ਆਪ ਪਾਰਟੀ ਵਿੱਚ ਵਿਆਹ ਹੀ ਵਿਆਹ ਹੋਈ ਜਾ ਰਹੇ ਹੈਗੇ, ਤੁਹਾਡਾ ਕਿਉਂ ਨਹੀਂ ਹੋ ਰਿਹਾ? ਨਹੀਂ, ਪਹਿਲੀ ਗੱਲ ਤਾਂ ਤੁਸੀਂ ਦੇਖੋ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਪਿਛਲੀਆਂ ਸਰਕਾਰਾਂ 'ਚ ਖਬਰ ਆਉਂਦੀ ਹੁੰਦੀ ਸੀ ਵੀ ਮੰਤਰੀ ਨੇ ਗੋਡੇ ਦਾ ਆਪਰੇਸ਼ਨ ਕਰਵਾਇਆ, ਮੁੱਖ ਮੰਤਰੀ ਵਿਦੇਸ਼ ਗਏ ਇਲਾਜ ਕਰਵਾਉਣ ਦੇ ਲਈ। ਇਹ ਖੁਸ਼ੀ ਵਾਲੀ ਗੱਲ ਹੈ ਵੀ ਲੋਕਾਂ ਨੇ ਇਦਾਂ ਦੀ ਸਰਕਾਰ ਚੁਣੀ ਹੈ ਨੌਜਵਾਨਾਂ ਦੀ, ਵੀ ਮਹੀਨੇ 2 ਮਹੀਨੇ ਬਾਅਦ ਖਬਰ ਆ ਜਾਂਦੀ ਹੈ ਵੀ ਅੱਜ ਫਲਾਣੇ MLA ਦਾ ਵਿਆਹ ਹੈ ਨਾ। ਕੋਈ ਨਹੀਂ, ਮੰਤਰੀਆਂ ਦੇ ਵੀ ਆਉਣ ਲੱਗ ਜੂਗੀ, ਮੰਤਰੀਆਂ ਦੇ ਵਿਆਹ ਹੋ ਰਹੇ ਆ। ਕੋਈ ਤੁਹਾਡੀ ਜੈਸੀ ਖਾਮੀ ਤੇ ਨਹੀਂ ਹੈ ਕਿ ਵੀ ਯਾ ਤੁਸੀਂ ਬਹੁਤ ਹੀ ਜ਼ਿਆਦਾ ਵੀ ਬਹੁਤ ਹੀ ਜ਼ਿਆਦਾ ਵੀ ਮੈਨੂੰ ਇਹੋ ਜਿਹੀ ਇੰਨੀ ਪਰਫੈਕਟ ਹੈ। ਜੇ ਸਾਡੇ ਲੋਕ ਬੜੇ ਸੁਣ ਰਹੇ ਹੋਣਗੇ, ਤੁਸੀਂ ਦੱਸ ਦਿਓ ਕਿ ਮੈਨੂੰ ਇਹੋ ਜਿਹੀ ਕੁੜੀ ਚਾਹੀਦੀ, ਤਾਂ ਅਸੀਂ ਪੰਜਾਬ 'ਚ ਕਹਿ ਦਈਏ ਕਿ ਵੀ ਮੀਤ ਹੈਰ ਨੂੰ ਇਹੋ ਜਿਹੀ ਕੁੜੀ ਲਿਆ ਕੇ ਦਿਓ। ਨਹੀਂ, ਕੋਈ ਪਤਾ ਗੱਲ ਕੀ ਹੈ, ਕਿਉਂਕਿ ਪਹਿਲਾਂ 17 ਤੱਕ ਬੜੇ ਬਿਜ਼ੀ ਰਹੇ ਪਾਰਟੀ ਦੇ ਕੰਮਾਂ ਕਾਰਾਂ 'ਚ। ਪਰ ਲੋਕਾਂ ਦੇ ਪਾਰਟੀ ਦੇ ਕੰਮਾਂ ਕਰਾਂ ਵਿੱਚ ਹੀ ਪਿਆਰ, ਇਹ ਤਾਂ ਸਾਰੇ ਇਸ਼ਕ ਹੀ ਸਾਹਮਣੇ ਆ ਰਹੇ ਹੈਗੇ। ਚਲੋ ਕੋਈ ਨਹੀਂ, ਇਹ ਵੀ ਬੜੀ ਜਲਦੀ ਕੋਸ਼ਿਸ਼ ਹੈ। ਤੁਹਾਨੂੰ ਚਾਹੀਦੀ ਕਿਹੜੀ ਕੁੜੀ? ਅਸੀਂ ਪੰਜਾਬ ਵੀ ਤੁਹਾਨੂੰ ਕੁਝ ਮਦਦ ਕਰ ਪਾਏ ਤਾਂ ਅਸੀਂ ਕੁਝ ਉਹਨੂੰ ਕਰ ਪਾਏ। ਕਿਹੋ ਜਿਹੀ ਕੁੜੀ ਚਾਹੀਦੀ ਹੈਗੀ ਹੈ? ਬਸ ਮੇਰੇ ਵਰਗੀ ਹੋਵੇ। ਹੋਰ ਸ਼ਾਇਦ ਇਹ ਖਾਮੀ ਹੈਗੀ, ਆਪਣਾ ਡਬਲ ਲੱਭ ਰਹੇ ਹੋ। ਬਟ ਮੇਰੀ ਕੋਈ ਏਦਾਂ ਦੀ ਕੋਈ ਉਹ ਨਹੀਂ। ਚਲੋ ਜਦੋਂ ਸੰਜੋਗ ਹੁੰਦੇ ਆ ਉਦੋਂ ਹੋ ਜਾਂਦਾ। ਹੁਣ ਘਰ ਦੇ ਕੋਈ ਨਹੀਂ ਪਾਲ ਕਰ ਰਿਹਾ, ਤੇ ਮੈਨੂੰ ਲੱਗਦਾ ਵੀ ਬੜੀ ਜਿੱਥੇ ਘਰ ਦੇ ਕਹਿਣਗੇ ਉੱਥੇ ਵਿਆਹ ਕਰ ਲੋਗੇ? ਮੈਂ ਉੱਥੇ ਕਰਵਾ ਲਵਾਂਗਾ। ਅੱਛਾ, ਆਪਣੀ ਕੋਈ ਚੋਇਸ ਨਹੀਂ ਹੈਗੀ ਹੈ? ਘਰਦਿਆਂ ਨੂੰ ਜ਼ਿਆਦਾ ਪਤਾ ਹੁੰਦਾ ਤੁਹਾਡੇ ਨਾਲੋਂ। ਤੁਹਾਡੇ ਦਿਮਾਗ ਵਿੱਚ ਕੋਈ ਇਹੋ ਜਿਹੀ ਮੁੰਡਾ ਸਾਡਾ ਕਿਹੋ ਜਿਹਾ, ਕਿੱਦਾਂ ਦੀਆਂ ਉਹਦੀਆਂ ਆਦਤਾਂ ਨੇ। ਤੇ ਕੋਈ ਫੋਟੋ ਦਿਖਾਉਂਦੇ ਹੋਣੇ, ਕੁਝ ਮਿਲੇ ਹੋਣੇ ਕਿਸੇ ਨੂੰ, ਕਦੀ ਇਦਾਂ ਦਾ ਕੁਝ ਨਹੀਂ ਹੋਇਆ ਵੀ ਇਹਦੇ ਵਿੱਚ ਕੀ ਚੰਗਾ ਲੱਗਿਆ ਜਾਂ ਕੀ ਲੱਭ ਰਹੇ ਹੋ ਜਿਹੜਾ ਮਿਲਦਾ ਨਹੀਂ ਪਿਆ? ਚਲੋ ਕੋਈ ਨਹੀਂ, ਜਦੋਂ ਮਿਲੂਗੀ ਚਲੋ ਫਾਈਨਲੀ ਮੀਤ ਹੈਰ ਜੀ ਚੁੱਪ ਹੋਏ। ਇਹਨਾਂ ਦਾ ਦੂਜਾ ਬਟਨ ਲਾਓ ਤਾਂ ਬਟਨ ਬੰਦ ਨਹੀਂ ਹੁੰਦਾ ਸੀਗਾ। ਸੋ 20 ਮਿੰਟ ਦੀ ਇੰਟਰਵਿਊ ਮੇਰੇ ਖਿਆਲ 40 ਮਿੰਟ ਦੀ ਹੋਗੀ, ਪਰ ਚਲੋ ਸਾਨੂੰ ਬਟਨ ਬੰਦ ਕਰਨਾ ਆਉਂਦਾ। ਇਹਨਾਂ ਨੂੰ ਪੁੱਛ ਲਿਆ ਇਹਨਾਂ ਨੂੰ ਚਾਹੀਦਾ ਕੀ ਹੈਗਾ। ਬਟ ਲੋਕੀ ਤੁਸੀਂ ਜੋ ਸਾਨੂੰ ਦੇਖ ਰਹੇ ਹੋ, ਪਲੀਜ਼ ਦੱਸਣਾ ਕਿ ਤੁਸੀਂ ਮੰਨਦੇ ਹੋ ਕਿ ਇਹਨਾਂ ਨੇ 7 ਮਹੀਨਿਆਂ ਵਿੱਚ ਉਹ ਕਰਤਾ ਜੋ 70 ਸਾਲਾਂ ਵਿੱਚ ਨਹੀਂ ਹੋਇਆ। ਬਟ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ, ਤੇ ਉਮੀਦ ਕਰਦੇ ਹਾਂ ਕਿ ਸਾਲ ਤੋਂ ਪਹਿਲਾਂ ਤੁਹਾਡਾ ਵਿਆਹ ਵੀ ਹੋ ਜਾਏ ਤਾਂ ਕਿ ਤੁਹਾਡੀ ਤਕਲੀਫ ਦੂਰ ਹੋ ਜਾਏ ਜਿਹੜੀ ਅਸੀਂ ਸਾਨੂੰ ਨੌਜਵਾਨ ਬੱਚੇ ਰੋਂਦੇ ਹੋਏ ਚੰਗੇ ਨਹੀਂ ਲੱਗਦੇ। ਅਸੀਂ ਖੁਸ਼ ਰਹਿਣ ਤਾਂ ਅੱਛਾ ਰਹਿੰਦਾ ਹੈਗਾ। ਨਹੀਂ, ਮੈਂ ਬਿਲਕੁਲ ਨਹੀਂ ਰੋਂਦਾ, ਬਹੁਤ ਖੁਸ਼ ਹਾਂ। ਸਾਨੂੰ ਜੁੜਨ ਲਈ ਉਮੀਦ ਹੈ ਵਿਆਹ ਕਰਾਓਗੇ ਖੁਸ਼ੀ ਰਹਾ। ਤੁਹਾਨੂੰ ਜੁੜਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ।